ਆਪਣੇ ਮਾਨਸਿਕ ਤੌਰ ਤੇ ਅਧਿਆਤਮਿਕ ਤਲ ਤੇ ਉਹ ਕਿਹੜੀ ਅਵਸਥਾ ਵਿੱਚ ਪਹੁੰਚ ਜਾਂਦੇ ਨੇ। ਦੁਨੀਆ ਵਿੱਚ ਮੁੱਖ ਤੌਰ ਤੇ ਇੱਕ ਮਨੁੱਖ ਦੋ ਤਲਾਂ ਤੇ ਜੀਂਦਾ ਹੈ। ਇੱਕ ਤਲ ਤੇ ਭਾਵ ਦਾ ਤਲ ਹੈ, ਦੂਜਾ ਤਲ ਵਿਚਾਰ ਦਾ ਹੈ। ਪਰਮਾਤਮਾ ਦੀ ਪ੍ਰਾਪਤੀ ਭਾਵਾਂ ਦੇ ਤਲ ਦੀ ਪ੍ਰਾਪਤੀ ਹੈ, ਵਿਚਾਰਾਂ ਦੀ ਨਹੀਂ। ਕਿਉਂਕਿ ਜਦੋਂ ਤੱਕ ਵਿਚਾਰ ਚੱਲਦੇ ਨੇ, ਜਦੋਂ ਤੱਕ ਵਿਚਾਰਾਂ ਦਾ ਆਵਾਗੁਣ ਚੱਲ ਰਿਹਾ ਹੈ, ਉਦੋਂ ਤੱਕ ਇਹ ਸੰਭਾਵਨਾ ਜੁੜੀ ਹੋਈ ਹੈ ਮਨੁੱਖ ਪਰਮਾਤਮਾ ਤੋਂ ਟੁੱਟ ਸਕਦਾ ਹੈ। ਨਾਲੇ ਪਰਮਾਤਮਾ ਦੇ ਬਾਰੇ ਵਿਚਾਰ ਮਨੁੱਖ ਕਰੇਗਾ ਵੀ ਕਿਵੇਂ? ਉਹ ਤੇ ਵੇਖਦਾ ਵੀ ਨਹੀਂ, ਉਹਦਾ ਕੋਈ ਰੂਪ ਵੀ ਨਹੀਂ ਹੈ, ਉਹਦਾ ਕੋਈ ਰੰਗ ਵੀ ਨਹੀਂ ਹੈ। ਨਾ ਉਸ ਦਾ ਰੂਪ, ਨਾ ਕੋਈ ਰੰਗ, ਨਾ ਕੋਈ ਆਕਾਰ। ਫਿਰ ਸਿੱਧੇ ਤੌਰ ਤੇ ਇੱਕ ਤੇ ਗੱਲ ਮੰਨਣੀ ਪਏਗੀ, ਉਸ ਦੇ ਨਾਲ ਭਾਵ ਤੇ ਪੈਦਾ ਨਹੀਂ ਹੋ ਸਕਦੇ। ਕਿਉਂਕਿ ਉਸੇ ਚੀਜ਼ ਦੇ ਨਾਲ ਭਾਵ ਪੈਦਾ ਹੁੰਦੇ ਨੇ ਜਿਹੜੀ ਵਸਤੂ ਮਨੁੱਖ ਨੂੰ ਸਾਹਮਣੇ ਵੇਖਦੀ ਹੋਏ। ਮਨੁੱਖ ਕਿਸੇ ਤੋਂ ਪ੍ਰਭਾਵਿਤ ਹੁੰਦਾ ਹੈ ਉਸ ਦਾ ਰੂਪ ਵੇਖ ਕੇ ਜਾਂ ਉਸ ਦਾ ਆਕਾਰ ਵੇਖ ਕੇ ਜਾਂ ਉਸ ਦੀ ਸ਼ਕਤੀ ਵੇਖ ਕੇ। ਪਰ ਜੇ ਸਿੱਧੇ ਤੌਰ ਤੇ ਵੇਖੀਏ, ਪਰਮਾਤਮਾ ਦੀ ਕੋਈ ਸ਼ਕਤੀ ਤੇ ਨਹੀਂ ਵੇਖ ਰਹੀ, ਉਸ ਦਾ ਰੂਪ ਤੇ ਸਾਹਮਣੇ ਨਹੀਂ ਵੇਖ ਰਿਹਾ, ਉਸ ਦਾ ਕੋਈ ਵਿਧਾਨ ਵੀ ਸਾਹਮਣੇ ਨਹੀਂ ਵੇਖਦਾ। ਇਸ ਕਰਕੇ 99% ਦੇ ਕਰੀਬ ਲੋਕ ਪਰਮਾਤਮਾ ਨੂੰ ਸਿਰਫ ਮੰਨਦੇ ਹਨ, ਜਾਣਦੇ ਨਹੀਂ। ਮੈਂ ਇਹ ਬੇਨਤੀ ਫਿਰ ਕਰਨੀ ਚਾਹਾਂਗਾ, ਮੰਨਣਾ ਹੋਰ ਗੱਲ ਹੈ, ਜਾਣ ਲੈਣਾ ਹੋਰ ਗੱਲ ਹੈ। ਉਸ ਨੂੰ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ, ਮੰਨਣ ਵਾਲਿਆਂ ਦੀ ਭੀੜ ਤੇ ਕਰੋੜਾਂ ਦੀ ਹੈ, ਜਾਣਨ ਵਾਲਿਆਂ ਦੀ ਭੀੜ ਕਰੋੜਾਂ ਵਿੱਚੋਂ ਇੱਕ ਦੀ ਹੈ। ਪਰਮਾਤਮਾ ਨੂੰ ਮੰਨਦੇ ਤੇ ਕਰੋੜਾਂ ਲੋਕ ਨੇ, ਪਰਮਾਤਮਾ ਨੂੰ ਜਾਣਦੇ ਨੇ ਸਿਰਫ ਕਰੋੜਾਂ ਵਿੱਚੋਂ ਇੱਕ ਦੋ। ਕੋਟਨ ਮੈਂ ਕਹੂ ਨਾਨਕ ਨਾਰਾਇਣ ਜਿਹ ਚੀਤ। ਕੋਈ ਕਰੋੜਾਂ ਦੇ ਵਿੱਚੋਂ ਇੱਕ ਦੋ ਹੁੰਦਾ ਹੈ ਜਿਹਨੂੰ ਪਰਮਾਤਮਾ ਚੇਤੇ ਵਿੱਚ ਹੁੰਦਾ ਹੈ। ਮਹਾਤਮਾ ਬੁੱਧ ਦੇ ਕੋਲ ਇੱਕ ਵਾਰੀ ਇੱਕ ਬ੍ਰਿਜ ਦੇ ਪੰਡਤ ਸਨ, ਉਹ ਆਏ, ਕਹਿੰਦੇ ਮਹਾਤਮਾ ਬੁੱਧ ਜੀ, ਤੁਹਾਡੇ ਵਰਗਾ ਨਾ ਤੇ ਪਹਿਲਾਂ ਕੋਈ ਹੋਇਆ, ਨਾ ਕੋਈ ਅੱਜ ਹੈ ਤੇ ਨਾ ਆਉਣ ਵਾਲੇ ਭਵਿੱਖ 'ਚ ਹੋਏਗਾ। ਇੰਨੀ ਗੱਲ ਕਹਿ ਕੇ ਉਹ ਬੈਠ ਗਿਆ। ਮਹਾਤਮਾ ਬੁੱਧ ਕਹਿੰਦੇ ਨੇ, ਮੈਨੂੰ ਇਵੇਂ ਲੱਗਦਾ ਹੈ ਅੱਜ ਤੋਂ ਪਹਿਲਾਂ ਭੂਤ ਕਾਲ ਦੇ ਵਿੱਚ ਦੁਨੀਆ ਵਿੱਚ ਜਿੰਨੇ ਵੀ ਵੱਡੇ ਵੱਡੇ ਅਵਤਾਰ ਹੋਏ ਨੇ ਕਰੋੜਾਂ ਸਾਲਾਂ ਤੋਂ, ਤੁਸੀਂ ਸਾਰਿਆਂ ਦੇ ਬਾਰੇ ਜਾਣਦੇ ਹੋ। ਕਹਿੰਦੇ ਨਹੀਂ, ਮੈਂ ਤੇ ਕਿਸੇ ਬਾਰੇ ਵੀ ਨਹੀਂ ਜਾਣਦਾ। ਕਹਿੰਦਾ ਫਿਰ ਮੈਨੂੰ ਇਵੇਂ ਲੱਗਦਾ ਹੈ ਜਿਹੜੇ ਭੂਤ ਕਾਲ 'ਚ ਅਵਤਾਰ ਹੋਏ ਨੇ ਉਹਨਾਂ ਬਾਰੇ ਤੇ ਤੁਸੀਂ ਨਹੀਂ ਜਾਣਦੇ, ਪਰ ਜਿਹੜੇ ਭਵਿੱਖ ਦੇ ਵਿੱਚ ਅਵਤਾਰ ਹੋਣਗੇ ਉਹਨਾਂ ਬਾਰੇ ਤੁਸੀਂ ਜ਼ਰੂਰ ਜਾਣਦੇ ਹੋ। ਕਿ ਨਹੀਂ, ਉਹਨਾਂ ਬਾਰੇ ਵੀ ਮੈਂ ਨਹੀਂ ਜਾਣਦਾ। ਚਲੋ ਜਿਹੜੇ ਭਵਿੱਖ 'ਚ ਹੋਣਗੇ ਉਹਨਾਂ ਬਾਰੇ ਤੇ ਤੁਸੀਂ ਨਹੀਂ ਜਾਣਦੇ, ਜੋ ਅੱਜ ਅਵਤਾਰ ਨੇ, ਅੱਜ ਦੁਨੀਆ ਤੇ ਨੇ, ਉਹਨਾਂ ਬਾਰੇ ਤੇ ਤੁਸੀਂ ਜਾਣਦੇ ਹੋਗੇ। ਕਹਿੰਦੇ ਨਹੀਂ। ਕਹਿੰਦੇ ਫਿਰ ਤੁਸੀਂ ਮੈਨੂੰ ਇਹ ਗੱਲ ਕਿਵੇਂ ਕਹਿ ਦਿੱਤੀ, ਤੁਹਾਡੇ ਵਰਗਾ ਨਾ ਕੋਈ ਪਿੱਛੇ ਹੋਇਆ,
ਨਾ ਹੁਣ ਹੋਇਆ ਹੈ, ਨਾ ਅੱਗੇ ਹੋਵੇਗਾ, ਇਹ ਝੂਠ ਹੈ। ਕਹਿੰਦੇ ਮੇਰੇ ਵਰਗੇ ਲੱਖਾਂ ਹੋਏ ਨੇ, ਲੱਖਾਂ ਫਿਰ ਹੋਣਗੇ, ਲੱਖਾਂ ਅੱਗੇ ਪੈਦਾ ਹੋਣਗੇ। ਕਹਿੰਦੇ ਮਹਾਰਾਜੇ ਤੇ ਮੈਂ ਭਾਵ ਵਿੱਚ ਆ ਕੇ ਕਹਿ ਦਿੰਦਾ। ਕਹਿੰਦੇ ਭਾਵ ਦੇ ਵਿੱਚ ਆ ਕੇ ਬਿਨਾਂ ਸਮਝੇ ਗੱਲ ਕਹਿਣੀ, ਇਹ ਵੀ ਝੂਠ ਹੈ। ਇਸ ਕਰਕੇ ਪਰਮਾਤਮਾ ਬਾਰੇ ਸਾਰੇ ਹੀ ਕਹਿ ਦਿੰਦੇ ਨੇ ਉਹਦੇ ਵਰਗਾ ਨਾ ਕੋਈ ਹੋਣਾ ਹੈ, ਨਾ ਕੋਈ ਅੱਗੇ ਹੋਵੇਗਾ, ਨਾ ਕੋਈ ਭੂਤਕਾਲ 'ਚ ਹੋਇਆ। ਇਹਦਾ ਮਤਲਬ ਤੇ ਇਹ ਹੋ ਗਿਆ, ਜਿਹੜਾ ਇਹ ਗੱਲ ਕਹਿ ਰਿਹਾ ਹੈ ਉਹਨੇ ਪਰਮਾਤਮਾ ਨੂੰ ਭੂਤਕਾਲ ਦੇ ਵਿੱਚ ਜਾਣ ਲਿਆ, ਉਹਨੇ ਅੱਜ ਵੀ ਜਾਣਿਆ ਹੈ, ਭਵਿੱਖ ਵਿੱਚ ਵੀ ਪਰਮਾਤਮਾ ਦੀਆਂ ਸ਼ਕਤੀਆਂ ਦੇ ਬਾਰੇ ਜਾਣੂ ਹੈ। ਪਰ ਐਸਾ ਨਹੀਂ ਹੁੰਦਾ। ਮਨੁੱਖ ਸਿਰਫ ਸੁਣਦਾ ਹੈ ਔਰ ਸੁਣ ਕੇ ਬੋਲ ਦਿੰਦਾ। ਜੋ ਕੁਝ ਸੁਣਿਆ ਜਾ ਰਿਹਾ ਹੈ ਉਸ ਤੇ ਵਿਚਾਰ ਨਹੀਂ ਹੈ। ਜਦੋਂ ਤਾਈਂ ਜੋ ਕੁਝ ਸੁਣਿਆ ਗਿਆ ਉਹਦੇ ਤੇ ਵਿਚਾਰ ਨਹੀਂ ਹੋਏਗੀ, ਫਿਰ ਉਹਦੇ ਵਿੱਚ ਭਾਵ ਵੀ ਪੈਦਾ ਨਹੀਂ ਹੋਣਗੇ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਸੁਣ ਵੱਡਾ ਆਖੈ ਸਭ ਕੋਈ, ਕੇਵਡ ਵੱਡਾ ਡੀਠਾ ਹੋਏ। ਸੁਣ ਕੇ ਸਾਰੇ ਹੀ ਕਹਿ ਦਿੰਦੇ ਨੇ ਪਰਮਾਤਮਾ ਬਹੁਤ ਵੱਡਾ ਹੈ, ਉਹ ਅਸੀਮ ਹੈ, ਉਹ ਕਬੀਰ ਹੈ, ਉਹ ਰਹੀਮ ਹੈ। ਪਰ ਜੇ ਉਹਨੂੰ ਪੁੱਛਿਆ ਜਾਏ ਤੂੰ ਇਹਨੂੰ ਜਾਣਿਆ? ਜਾਣਿਆ ਤੇ ਨਹੀਂ। ਉਹਨੂੰ ਜਾਣਦਾ, ਉਹਦਾ ਕੋਈ ਭੇਦ ਜਾਣਦਾ, ਉਹ ਕਿੱਥੇ ਰਹਿੰਦਾ? ਨਹੀਂ ਜਾਣਿਆ। ਫਿਰ ਜਿਹਦੇ ਬਾਰੇ ਜਾਣਿਆ ਹੀ ਨਹੀਂ ਉਹਨੂੰ ਮੰਨ ਕਿਵੇਂ ਸਕਦਾ? ਮੈਂ ਫਿਰ ਬੇਨਤੀ ਕਰਾਂ, ਪਰਮਾਤਮਾ ਦਾ ਕੋਈ ਰੂਪ ਨਹੀਂ ਵਿਖਦਾ, ਪਰਮਾਤਮਾ ਦਾ ਕੋਈ ਰੰਗ ਵੀ ਨਹੀਂ ਵਿਖਦਾ। ਫਿਰ ਜਿਹਦਾ ਰੂਪ ਨਹੀਂ ਵਿਖਦਾ, ਜਿਹਦਾ ਰੰਗ ਨਹੀਂ ਵਿਖਦਾ, ਉਹ ਤੋਂ ਪ੍ਰਭਾਵਿਤ ਕਿਵੇਂ ਹੋਇਆ ਜਾਏਗਾ? ਅਸੀਂ ਵੇਖਦੇ ਹਾਂ, ਅੰਦਰ ਆਏ ਹਾਂ, ਚਾਰੇ ਬੰਨੇ ਡੈਕੋਰੇਸ਼ਨ ਹੋਈ ਹੈ, ਸਾਨੂੰ ਵਿਖ ਰਹੀ ਹੈ। ਉੱਤੇ ਬੰਨੇ ਸਾਰੀ ਡੈਕੋਰੇਸ਼ਨ ਹੈ, ਪਿੱਛੇ ਡੈਕੋਰੇਸ਼ਨ ਹੋਈ ਹੈ, ਵਿਖ ਰਹੀ ਹੈ। ਇਹਨੂੰ ਵੇਖ ਕੇ ਮਨ ਪ੍ਰਭਾਵਿਤ ਹੁੰਦਾ ਹੈ ਔਰ ਮਨ ਕਹਿ ਦਿੰਦਾ ਹੈ ਬੜਾ ਸੋਹਣਾ ਹੈ। ਹੁਣ ਮਨ ਪ੍ਰਭਾਵਿਤ ਕਿਉਂ ਹੋਇਆ? ਕਿਉਂਕਿ ਮਨ ਨੇ ਪਹਿਲਾਂ ਡੈਕੋਰੇਸ਼ਨ ਨੂੰ ਵੇਖਿਆ ਹੈ, ਇਹਦੇ ਰੂਪ ਨੂੰ ਵੇਖਿਆ ਹੈ, ਇਹਦੇ ਰੰਗ ਨੂੰ ਵੇਖਿਆ, ਤਾਂ ਹੀ ਤੇ ਪ੍ਰਭਾਵਿਤ ਹੋਇਆ ਹੈ। ਉਵੇਂ ਕਿਵੇਂ ਪ੍ਰਭਾਵਿਤ ਹੋਏਗਾ? ਜਿਹੜੀ ਚੀਜ਼ ਬਾਰੇ ਮਨੁੱਖ ਨੇ ਵੇਖਿਆ ਹੀ ਨਹੀਂ, ਜਿਹਦੇ ਬਾਰੇ ਜਾਣਿਆ ਹੀ ਨਹੀਂ, ਪ੍ਰਭਾਵਿਤ ਤੇ ਨਹੀਂ ਹੋਏਗਾ। ਇਸ ਕਰਕੇ ਪਰਮਾਤਮਾ ਤੋਂ ਦੁਨੀਆ ਘੱਟ ਪ੍ਰਭਾਵਿਤ ਹੁੰਦੀ ਹੈ। ਸਿਰਫ ਇੱਕ ਮਜਬੂਰੀ ਬਸ, ਮਨੁੱਖ ਪਰਮਾਤਮਾ ਨੂੰ ਮੱਥਾ ਟੇਕਦੇ ਹਨ, ਪਰਮਾਤਮਾ ਬਾਰੇ ਜਾਣਨ ਵਾਲੇ ਵਿਰਲੇ ਨੇ, ਉਹਦੇ ਬਾਰੇ ਸੋਝੀ ਤੇ ਸਮਝ ਰੱਖਣ ਵਾਲੇ ਵਿਰਲੇ ਨੇ। ਇਸ ਕਰਕੇ ਕਿਹਾ ਜਾਂਦਾ ਹੈ ਪਰਮਾਤਮਾ ਨੂੰ ਮੰਨਣਾ ਪਹਿਲੇ ਤੌਰ ਤੇ ਅੰਧ ਵਿਸ਼ਵਾਸ ਹੈ। ਪਹਿਲੇ ਤੌਰ ਤੇ ਅੰਧ ਵਿਸ਼ਵਾਸ ਹੈ। ਔਰ ਰਾਮਕ੍ਰਿਸ਼ਨ ਪਰਮਹੰਸ ਕਹਿੰਦੇ ਨੇ ਪਰਮਾਤਮਾ ਨੂੰ ਮੰਨਣਾ ਹੈ ਤੇ ਅੰਧ ਵਿਸ਼ਵਾਸ ਹੈ। ਪਰ ਇੱਕ ਗੱਲ ਯਾਦ ਰੱਖੋ, ਕੋਈ ਵੀ ਵਿਸ਼ਵਾਸ ਅੰਧ ਵਿਸ਼ਵਾਸ ਤੋਂ ਹੀ ਸ਼ੁਰੂ ਹੁੰਦਾ ਹੈ, ਬਸ਼ਰਤ ਗੱਲ ਇੰਨੀ ਹੈ ਜਿਹ ਤੇ ਵਿਸ਼ਵਾਸ ਕਰ ਰਹੇ ਹੋ ਉਹ ਅੰਨਾ ਨਹੀਂ ਹੋਣਾ ਚਾਹੀਦਾ। ਬਸ ਗੱਲ ਇੰਨੀ ਹੈ। ਭਾਵੇਂ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਅੰਧ ਵਿਸ਼ਵਾਸ ਹੈ ਸ਼ੁਰੂ ਦੇ ਵਿੱਚ, ਜਦੋਂ ਅੱਗੇ ਚੱਲ ਪਏ, ਜਦੋਂ ਉਹਦੀ ਬੰਦਗੀ ਸਮਝ ਵਿੱਚ ਲੱਗ ਗਏ, ਉਹਦਾ ਪਤਾ ਲੱਗ ਜਾਏਗਾ। ਪਹਿਲੇ ਪਹਿਲ ਉੱਤੇ ਵਿਸ਼ਵਾਸ ਰੱਖਣਾ ਅੰਧ ਵਿਸ਼ਵਾਸ ਹੈ। ਪਰ ਯਾਦ ਰੱਖੋ, ਉਹਦੇ ਉੱਤੇ ਰੱਖਣਾ ਤੇ ਅੰਧ ਵਿਸ਼ਵਾਸ ਹੈ, ਪਰ ਜਿਹਦੇ ਤੇ ਵਿਸ਼ਵਾਸ ਰੱਖ ਰਹੇ ਹਾਂ ਉਹ ਅੰਧਾ ਨਹੀਂ ਹੋਣਾ ਚਾਹੀਦਾ। ਇਸ ਕਰਕੇ ਪਰਮਾਤਮਾ ਨੂੰ ਕੋਈ ਵੀ ਭਾਵ ਨਾਲ ਯਾਦ ਕਰਦਾ ਹੈ, ਉਹਦੀ ਭਾਵਨਾ ਸਵੀਕਾਰ ਕਰ ਲਈ ਜਾਂਦੀ ਹੈ, ਉਹ ਸਵੀਕਾਰ ਕਰਦਾ। ਤਾਂ ਹੀ ਬਾਣੀ ਕਹਿੰਦੀ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜੋ ਵੀ ਪਰਮਾਤਮਾ ਦੇ ਦੁਆਰੇ ਤੇ ਆਉਂਦਾ ਹੈ, ਜੋ ਵੀ ਉਹਦੇ ਅੱਗੇ ਝੁਕ ਜਾਂਦਾ ਹੈ, ਉੱਤੇ ਵਿਸ਼ਵਾਸ ਰੱਖ ਕੇ ਬੰਦਗੀ ਸ਼ੁਰੂ ਕਰਦਾ ਹੈ, ਇੱਕ ਦਿਨ ਪਰਮਾਤਮਾ ਨੂੰ ਗਲ ਨਾਲ ਲਾ ਲੈਂਦਾ ਹੈ।
पर जिस दिन वो मनुख शुरू होया, याद रखना उस दिन परमात्मा का कोई चिन्ह उन्होंने नहीं सी पता, ਉਹਦੇ बारे उस दिन नहीं सी जानता। जिस दिन परमात्मा बारे जान भी लेगा उस दिन भी मनुख यही कहेगा ਉਹਦੇ बारे मैं कुछ नहीं जानता। सुकरात दुनिया का बड़ा वड्डा फिलोसफर होया, कहता जदों मैं परमात्मा के द्वारे तो शुरू च लग्या, मैं लोगों नूं अक्सर क्या करदा सी, जे तुसी परमात्मा बारे कुछ भी जानना है मेरे तो पुछो, मैं तुहानूं दसां। जे उहदे बारे कुछ भी जानना चाहुंदे हो मैनू पुछो, मैं सब कुछ जानदा हाँ। थोड़ा जा अगे होया, उम्र वधी, मैं ये कहना शुरू किया उहदे बारे जानदा ते मैं हाँ, पर सब कुछ नहीं जानदा। उस दे बारे मैं जानदा ते हाँ, सब कुछ नहीं जानदा। फिर सुकरात कहंदा जदों मैं बजुर्ग होया मैं लोगों नूं कहना शुरू किया मैं उहदे बारे कुछ भी नहीं जानदा। पहलां तो कुछ जानदा सी, हुण कुछ भी नहीं जानदा। जिन्हों कबीर साहब जी बाणी जी विच भी कहंदे ने, गुरबाणी दे विच शब्द है, पाम होते पिंगल भया मारिया सतगुरु मान। उस दिन मनुख की सारी सुध बुद्ध खत्म हो जाती है। जिस दिन परमात्मा दे नाल वो जुड़ जाता है फिर वो ये सोचता है इनू परमात्मा बारे दसां की। जिवें एक गूंगा गुड़ खा लैंदा है, गूंगे नूं ये पुछया जाए गुड़ कैसा सी, गूंगा नहीं दस पाएगा। इस करके महाराज कहंदे ने जेड़े मनुख परमात्मा दे नाल जुड़ जाते ने वो वडभागी ने। वडभागी क्यों ने, इसदा कारण की है? क्योंकि ये बड़ी तकड़ी इस समय विच रह के जिहदे विच असीं जी रहे हैं, इस समय दे विच रह के उहदे नाल जुड़ना ये सूरमे वाली गल है। ये इवें समझ लो एक जंग चलदा है और इस जंग दे विच लखां वैरियां नूं मार के एक परमात्मा नूं मिलना है। ताई बाणी च महाराज कहंदे ने, जा कहो हर रंग लागो इस जुग में, सो कहियत है सूरा आत्म जिणे, सगल वस ताक है जा का सतगुरु पूरा। वो मनुख ऐसा हो जाता है अपने आत्म नूं जित लैंदा है, जिन लैंदा है। क्योंकि इस समय दे विच मैं शाम भी बेनती की साध संगत, एक गल बड़े याद रखने की लोड़ है। मनुख अक्सर कहता है कलयुग आ गया है। कलयुग कोई सूरज के उत्ते आया नहीं। बाणी दे विच महाराज कहते सोई चंद चढ़े से तारे, सोई दिनियर तपत रहे, सा धरती सो भौण चुलारे, जुग जी खेले थाव कैसे। थावां दे उत्ते कलयुग नहीं है, कलयुग है मनुख दे मन दे अंदर, थावां विच नहीं है। ओही चंद्रमा जेड़ा सतयुग वेस भी अज भी वही चंद्रमा है। गुरु नानक साहब जी महाराज जीवन तलब निवार, होवे परवाना करे तिंगाणा, कर कल लखण विचार। असल दे विच कलयुग बाहरी तौर पर नहीं आया, ना कदे आएगा ना आ सकता है। कलयुग आउंदा है मनुख दे विहार दे विच। कलयुग आया है मनुख दे आचरण दे विच। कलयुग आ गया है मनुख दी बिरती विच, मनुख दी सुरती विच। बाहरी तौर ते सूरज ते कोई कलयुग नहीं है, चंद्रमा दे उत्ते कोई कलयुग नहीं है। वही तारे ने, वही चंद्रमा है, वही सूरज है, होर कोई कलयुग नहीं है। एवें मता कदे दोष देना रब की बंदगी किवें होएगी, कलयुग आ गया। कलयुग की तो कोई भारत दे विच ही आ गया नहीं। पृथ्वी के उत्ते ना कदे कलयुग आया। कलयुग आउंदा है मनुख दे मनां विच, जदों लोकां दे आचरण डिग जांदे ने,
ਭਰਾ ਭਰਾ ਨੂੰ ਚੰਗਾ ਨਾ ਸਮਝੇ, ਧਰਮ ਧਰਮਾਂ ਨਾਲ ਲੜ ਪੈਣ, ਜਾਤਾਂ ਜਾਤਾਂ ਨਾਲ ਲੜ ਪੈਣ, ਰਾਜੇ ਬੇਈਮਾਨ ਹੋ ਜਾਣ, ਮੁਕੱਦਮ ਕੁੱਤੇ ਹੋ ਜਾਣ, ਇਹ ਸਾਰੇ ਦੇ ਸਾਰੇ ਲੱਛਣ ਕਲਯੁਗ ਦੇ ਨੇ। ਔਰ ਇਹ ਕਲਯੁਗ ਆਇਆ ਅੱਜ ਜਿੰਨੀ ਦੁਨੀਆ ਤੇ ਇਹ ਲੋਕ ਰਹਿ ਰਹੇ ਨੇ, ਸਾਰਿਆਂ ਨੂੰ ਪਰਮਾਤਮਾ ਇੱਥੋਂ ਇੱਕ ਵਾਰੀ ਲੈ ਜਾਏ, ਮੰਗਲ ਗ੍ਰਹਿ ਤੇ ਛੱਡ ਦੇ ਸਾਰੀ ਦੁਨੀਆ ਨੂੰ ਹੀ। ਜਿੰਨੇ ਜੀਵ ਰਹਿ ਰਹੇ ਨੇ ਸਿਰਫ ਮਨੁੱਖਾਂ ਨੂੰ, ਜਾਨਵਰਾਂ ਨੂੰ ਨਹੀਂ। ਜਾਨਵਰਾਂ ਦੇ ਤਲ ਤੇ ਕਲਯੁਗ ਨਹੀਂ ਆਇਆ। ਸ਼ੇਰ ਪਹਿਲਾਂ ਵੀ ਜੀਵਾਂ ਨੂੰ ਮਾਰ ਕੇ ਖਾਂਦੇ ਸੀ, ਅੱਜ ਵੀ ਖਾਂਦੇ ਨੇ। ਬੱਕਰੀਆਂ ਪਹਿਲਾਂ ਵੀ ਘਾਹ ਖਾਂਦੀਆਂ ਸੀ, ਅੱਜ ਹੀ ਖਾਂਦੀਆਂ ਨੇ। ਜਾਨਵਰਾਂ ਦੀਆਂ ਆਦਤਾਂ ਵਿੱਚ ਕੋਈ ਬਦਲਾਅ ਨਹੀਂ, ਪੰਛੀਆਂ ਦੀਆਂ ਆਦਤਾਂ ਵਿੱਚ ਕੋਈ ਬਦਲਾਅ ਨਹੀਂ। ਬਦਲਾਅ ਆਇਆ ਹੈ ਮਨੁੱਖਾਂ ਦੀਆਂ ਆਦਤਾਂ ਵਿੱਚ, ਸਿਰਫ ਮਨੁੱਖਾਂ ਦੀਆਂ। ਬਦਲਾਵ ਆਇਆ ਹੈ ਮਨੁੱਖ ਦੇ ਆਚਰਣ ਵਿੱਚ, ਹੋਰ ਕਿਤੇ ਕਲਯੁਗ ਨਹੀਂ ਹੈ। ਮਤਾ ਕਿਸੇ ਕਲਯੁਗ ਨੂੰ ਲੱਭਣ ਜਾਓ, ਨਹੀਂ ਹੈ। ਕਲਯੁਗ ਤੇ ਹੈ ਮਨੁੱਖ ਦੇ ਮਨ ਵਿੱਚ, ਹੋਰ ਕਿਤੇ ਨਹੀਂ ਹੈ। ਹੋਰ ਕਿਤੇ ਕਲਯੁਗ ਨੂੰ ਲੱਭਣ ਦਾ ਯਤਨ ਵੀ ਨਾ ਕਰਨਾ। ਜਦੋਂ ਕਲਯੁਗ ਆਉਂਦਾ ਹੈ, ਹਾਂ ਇਹ ਜ਼ਰੂਰ ਹੈ, ਇਹ ਜਿਹੜੀ ਪ੍ਰਿਥਵੀ ਹੈ ਇਹਦੇ ਸਾਰੇ ਵਾਤਾਵਰਣ ਨੂੰ ਕਲਯੁਗ ਜੀਵ ਖਤਮ ਕਰ ਦਿੰਦੇ ਨੇ। ਜਾਨਵਰ ਇਸ ਧਰਤੀ ਦਾ ਨੁਕਸਾਨ ਨਹੀਂ ਕਰ ਰਹੇ, ਮਨੁੱਖ ਹੀ ਹੈ। ਪਾਣੀ ਪਹਿਲਾਂ ਸਾਫ਼ ਸੀ, ਉਹੀ ਗੰਦਗੀ ਹੈ। ਆਪਣੇ ਲਾਲਚ ਵਸ 500 ਫੁੱਟ ਬੋਰ ਥੱਲੇ ਕਰਕੇ ਧਰਤੀ ਵਿੱਚ ਸਾਰੀਆਂ ਇੰਡਸਟਰੀਆਂ ਦਾ ਪਾਣੀ ਥੱਲੇ ਸੁੱਟੀ ਜਾਂਦਾ ਹੈ, ਔਰ ਇਹ ਵਿਚਾਰ ਹੀ ਨਹੀਂ ਕਰ ਰਿਹਾ ਆਉਣ ਵਾਲੀਆਂ ਪੀੜ੍ਹੀਆਂ ਪੀਣਗੀਆਂ ਕਿ ਕਲਯੁਗੀ ਵਿਚਾਰ। ਸਿਰਫ ਜਦੋਂ ਮਨੁੱਖ ਆਪਣੀ ਆਪਣੀ ਸੋਚਣ ਲੱਗ ਜਾਏ, ਇਹ ਕਲਯੁਗ ਦਾ ਲੱਛਣ ਹੈ, ਹੋਰ ਕੋਈ ਨਹੀਂ, ਸਤਯੁਗ ਦਾ ਲੱਛਣ ਨਹੀਂ। ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤਾਰੇ ਉਹੀ ਨੇ, ਚੰਦਰਮਾ ਵੀ ਉਹੀ ਹੈ, ਸੂਰਜ ਵੀ ਉਹੀ ਹੈ, ਪ੍ਰਿਥਵੀ ਵੀ ਉਹੀ ਹੈ। ਇੱਥੇ ਹੀ ਮਹਾਭਾਰਤ ਹੋਇਆ ਹੈ, ਇੱਥੇ ਹੀ ਰਮਾਇਣ ਹੋਈ ਹੈ, ਇੱਥੇ ਹੀ ਹੁਣ ਘਰ ਘਰ ਵਿੱਚ ਮਹਾਭਾਰਤ ਹੈ, ਘਰ ਘਰ ਵਿੱਚ। ਪਹਿਲਾਂ ਤਾਂ ਕਿਤੇ ਕੁਰੂਕਸ਼ੇਤਰ ਵਿੱਚ ਹੋਇਆ ਹੋਏਗਾ, ਹੁਣ ਹਰੇਕ ਥਾਂ ਤੇ ਹੰਕਾਰ ਪ੍ਰਬਲ ਹੈ। ਜਿੱਥੇ ਹੰਕਾਰ ਪ੍ਰਬਲ ਹੋ ਜਾਏ ਸਮਝੋ ਮਹਾਭਾਰਤ ਚੱਲ ਰਹੀ ਹੈ। ਦੁਰਯੋਧਨ ਕੀ ਹੈ? ਹੰਕਾਰ, ਹੋਰ ਕੀ ਹੈ? ਕਾਲਪਨਿਕ ਲੱਛਣ ਦੱਸੇ ਹੋਏ ਨੇ। ਦੁਰਯੋਧਨ ਨੂੰ ਦੱਸਿਆ ਜਾਂਦਾ ਹੈ ਹੰਕਾਰ। ਜਿੱਥੇ ਇੱਕ ਮਨੁੱਖ ਵਿੱਚ ਹੰਕਾਰ ਪ੍ਰਗਟ ਹੋ ਜਾਏ, ਦੂਜਿਆਂ ਦੇ ਉੱਤੇ ਰਾਜ ਸਮਾਏ, ਭਰਾ ਭਰਾ ਨੂੰ ਹਿੱਸਾ ਦੇਣਾ ਬੰਦ ਕਰ ਦੇਣ, ਇੱਕ ਜਾਤ ਦੂਜੀ ਜਾਤ ਦਾ ਹਿੱਸਾ ਦਬ ਜਾਏ, ਇੱਕ ਧਰਮ ਦੂਜੇ ਧਰਮ ਦਾ ਹਿੱਸਾ ਦਬਣਾ ਸ਼ੁਰੂ ਕਰ ਦੇ, ਇਹ ਕਲਯੁਗ ਹੈ, ਇਹ ਮਹਾਭਾਰਤ ਹੈ, ਇਹ ਸਾਰੀ ਥਾਂ ਹੋ ਰਹੀ ਹੈ। ਇਹ ਭਾਈ ਗੁਰਦਾਸ ਜੀ ਨੇ ਲੱਛਣ ਦੱਸੇ। ਫਿਰ ਇੱਕ ਪਰਮਾਤਮਾ ਜੇ ਇਵੇਂ ਕਰੇ, ਜਿੰਨੇ ਜੀਵ ਮਨੁੱਖ ਦੁਨੀਆ ਤੇ ਰਹਿ ਰਹੇ ਨੇ ਸਾਰਿਆਂ ਨੂੰ ਇੱਥੋਂ ਲੈ ਜਾਏ ਤੇ ਸਤਜੁਗੀ ਬਿਰਤੀ ਦੇ ਲੋਕ ਇੱਥੇ ਛੱਡ ਜਾਏ, ਇਹ ਧਰਤੀ 10 ਸਾਲਾਂ ਦੇ ਵਿੱਚ ਇਹਨੂੰ ਪਛਾਣ ਨਹੀਂ ਪਾਵਾਂਗੇ ਕੈਸੀ ਬਣ ਗਈ, ਪਤਾ ਹੀ ਨਹੀਂ ਲੱਗੇਗਾ। ਧਰਤੀ ਇਹੀ ਹੈ, ਇਸੇ ਧਰਤੀ ਦਾ ਨਕਸ਼ਾ ਬਦਲ ਜਾਏਗਾ। ਇਹ ਤੇ ਗੱਲ ਸਿਰਫ ਇੰਨੀ ਹੈ, ਮਨੁੱਖ ਦੇ ਮਨ ਦਾ ਸੁਭਾਅ ਜਦੋਂ ਮਾੜਾ ਹੋ ਜਾਂਦਾ ਹੈ ਉਹਨੂੰ ਕਲਯੁਗ ਕਹਿੰਦੇ ਨੇ। ਹੁਣ ਮਹਾਰਾਜ ਕਹਿੰਦੇ ਨੇ ਇਸੇ ਕਰਕੇ ਜਿਸ ਮਨੁੱਖ ਨੂੰ ਪਰਮਾਤਮਾ ਦਾ ਪਿਆਰ ਲੱਗ ਗਿਆ ਉਹ ਵਡਭਾਗੀ ਹੈ। ਵਡਭਾਗੀ ਦਾ ਮਤਲਬ ਜਿਹਦੇ ਭਾਗ ਬੜੇ ਵੱਡੇ ਨੇ। ਦੁਨਿਆਵੀ ਤੌਰ ਤੇ ਇਹ ਸਮਝਿਆ ਜਾਂਦਾ ਹੈ ਜਿਸ ਮਨੁੱਖ ਦੇ ਕੋਲ ਖਾਣ ਨੂੰ ਰੋਟੀ ਜ਼ਿਆਦਾ ਹੈ, ਘੁੰਮਣ ਫਿਰਨ ਨੂੰ ਵੱਡੀ ਗੱਡੀ ਹੈ, ਹੈਲੀਕਾਪਟਰ ਹੈ, ਰਹਿਣ ਨੂੰ ਵੱਡਾ ਸਾਰਾ ਘਰ ਹੈ, ਲੋਕੀ ਕਹਿੰਦੇ ਬੜਾ ਭਾਗਾਂ ਵਾਲਾ। ਗੁਰਬਾਣੀ ਨਹੀਂ ਭਾਗਾਂ ਵਾਲਾ ਮੰਨਦੀ ਉਹਨੂੰ। ਜੇ ਉਹਦੇ ਕੋਲ ਰੱਬ ਦਾ ਨਾਂ ਨਹੀਂ ਹੈ, ਬਾਣੀ ਇਹ ਵੀ ਨਹੀਂ ਕਹਿੰਦੀ ਤੂੰ ਵੱਡੇ ਘਰ ਵਿੱਚ ਨਾ ਰਹਿ, ਐਸਾ ਨਹੀਂ ਕਹਿੰਦੀ। ਹੈਲੀਕਾਪਟਰ ਵਿੱਚ ਨਾ ਘੁੰਮ, ਇਹ ਵੀ ਨਹੀਂ ਕਹਿੰਦੀ। ਪਹਿਲਾ ਹੀ ਸ਼ਬਦ ਹੈ ਗੁਰਬਾਣੀ ਦਾ। ਮਹਾਰਾਜ ਕਹਿੰਦੇ ਨੇ ਪਰਮਾਤਮਾ ਤੂੰ ਮੈਨੂੰ ਘਰ ਦੇ ਘਰ ਵੀ ਐਸੇ ਦਵੀਂ, ਐਸੇ ਘਰ ਵੀ ਦੇ ਦਵੇਂ ਜਿਨ੍ਹਾਂ ਘਰਾਂ ਦੇ ਵਿੱਚ ਮੋਤੀ ਜੜੇ ਹੋਣ ਲਪਾਈ ਦੀ ਥਾਂ ਤੇ। ਮਨੁੱਖ ਤੇ ਅੱਜ ਕੱਲ੍ਹ ਸੀਲਿੰਗ ਕਰਾਉਂਦਾ ਹੈ, ਉਹ ਸੀਲਿੰਗ ਦੀ ਥਾਂ ਤੇ ਮੋਤੀ ਹੋਣ ਮਹਿੰਗੇ ਮਹਿੰਗੇ। ਮੋਤੀ ਤਾਂ ਮੰਦਰ ਊਸਰ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੈ ਚਾਓ। ਉਹਦੇ ਤੇ ਲੀਪ ਕਾਦੀ ਹੋਏ? ਚੰਦਨ ਦੀ ਹੋਏ, ਹਮੇਸ਼ਾ ਘਰ ਵਿੱਚ ਬੜੀ ਇੱਕ ਖੁਸ਼ਬੂ ਆਏ। ਪਰ ਪਰਮਾਤਮਾ ਮੇਰੀ ਇੱਕ ਸ਼ਰਤ ਹੈ, ਏਡਾ ਵੱਡਾ ਘਰ ਤੇ ਤੂੰ ਮੈਨੂੰ ਦੇ ਦੇਵੇਂਗਾ, ਪਰ ਐਸਾ ਨਾ ਹੋਏ ਕਦੇ ਮੈਂ ਤੈਨੂੰ ਭੁੱਲ ਜਾਵਾਂ, ਉਹ ਸਾਰਾ ਹੀ ਨਰਕ ਬਣ ਜਾਣਾ। ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਔਰ ਇਹ ਅਕਸਰ ਹੁੰਦਾ ਹੈ
ਜਦੋਂ ਮਨੁੱਖ ਕੋਲ ਬਾਹਰ ਦੇ ਸੁੱਖ ਵੱਧਦੇ ਨੇ, ਪਰਮਾਤਮਾ ਦੀ ਜ਼ਿੰਦਗੀ 'ਚੋਂ ਜਾਂਦਾ ਰਹਿੰਦਾ ਹੈ। ਫਿਰ ਕੀ ਹੋਏਗਾ? ਜਦੋਂ ਪਰਮਾਤਮਾ ਚਲਾ ਜਾਂਦਾ ਹੈ, ਫਿਰ ਦੁੱਖ ਆ ਜਾਂਦੇ ਨੇ। ਫਿਰ ਦੁੱਖਾਂ ਦੇ ਵਿੱਚ ਫਿਰ ਬੇਨਤੀ ਕਰੇਗਾ, ਫਿਰ ਨਾਮ ਜਪੇਗਾ, ਫਿਰ ਅਰਦਾਸਾਂ ਕਰਾਏਗਾ, ਫਿਰ ਜਾ ਕੇ ਥੋੜ੍ਹੇ ਜਿਹੇ ਸੁੱਖ ਹੋਣਗੇ। ਫਿਰ ਉਹਨਾਂ ਸੁੱਖਾਂ ਦੇ ਵਿੱਚ ਫਿਰ ਪਰਮਾਤਮਾ ਨੂੰ ਭੁੱਲ ਜਾਏਗਾ, ਫਿਰ ਦੁੱਖ ਆ ਜਾਣਗੇ। ਫਿਰ ਬਾਣੀ ਕਹਿੰਦੀ ਹੈ, ਸੁੱਖ ਦੁੱਖ ਕਰਤ ਜਨਮ ਫੁਨ ਮੂਆ। ਇਹ ਸੁੱਖ ਦੁੱਖ ਚੱਲਦੇ ਰਹਿੰਦੇ ਨੇ। ਕਿਉਂ? ਕਿਉਂਕਿ ਪਰਮਾਤਮਾ ਦਾ ਨਾਂ ਜ਼ਿੰਦਗੀ ਵਿੱਚ ਨਹੀਂ ਹੈ। ਵੱਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਏ। ਉਹ ਵੱਡ ਭਾਗੀ ਨੇ ਜਿਹੜੇ ਸਦਾ ਸਦਾ ਪਰਮਾਤਮਾ ਦਾ ਨਾਮ ਜਪਦੇ ਨੇ, ਜਿਹੜੇ ਗੁਰੂ ਦੇ ਆਖਣ ਤੇ ਰੋਜ਼ ਰੋਜ਼ ਪਰਮਾਤਮਾ ਨੂੰ ਧਿਆਉਂਦੇ ਨੇ। ਸਾਧ ਸੰਗਤ, ਇੱਕ ਗੱਲ ਹੋਰ ਮੈਂ ਕਹਿ ਦਿਆਂ, ਮਨੁੱਖ ਵੈਸੇ ਤੇ ਦੁਨੀਆ ਦੇ ਵਿੱਚ ਹਰੇਕ ਕਿਸੇ ਦੀ ਗੱਲ ਨੂੰ ਇਗਨੋਰ ਕਰਦਾ ਹੈ। ਪਹਿਲਾਂ ਆਪਣੇ ਘਰ ਦੇ, ਆਪਣੇ ਪਿਤਾ ਦੀ ਗੱਲ ਨੂੰ ਇਗਨੋਰ ਕਰਦਾ ਹੈ। ਜਦੋਂ ਮਨੁੱਖ ਆਪਣੇ ਪਿਤਾ ਦੀ ਗੱਲ ਨੂੰ ਇਗਨੋਰ ਕਰ ਦੇਵੇ, ਇਹਦਾ ਮਤਲਬ ਆਪਣੇ ਗੁਰੂ ਦੀ ਗੱਲ ਤੇ ਇਹਨੇ ਇਗਨੋਰ ਕੀਤੀ ਹੋਈ ਹੈ। ਇਗਨੋਰ ਦਾ ਮਤਲਬ ਅਣਗੌਲਿਆਂ ਕਰਨਾ, ਗੋਲਣਾ ਹੀ ਨਾ ਗੱਲ ਨੂੰ। ਹੁਣ ਸਪੀਕਰਾਂ ਦੇ ਵਿੱਚੋਂ ਗੁਰੂ ਦੀ ਬਾਣੀ ਚੱਲਦੀ ਹੈ, ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਮਨੁੱਖ ਅਣਗੌਲਿਆਂ ਕਰ ਰਿਹਾ ਹੈ। ਬਾਬਾ ਕੀ ਬੋਲ ਰਹੇ ਹੈ, ਪੰਡਿਤ ਜੀ ਕੀ ਬੋਲ ਰਹੇ ਨੇ, ਮੌਲਵੀ ਕੀ ਕਹਿ ਰਹੇ ਨੇ, ਕੋਈ ਨਹੀਂ ਪਤਾ। ਕਿਉਂ? ਮਨੁੱਖ ਨੂੰ ਇਵੇਂ ਲੱਗਦਾ ਹੈ, ਮੈਂ ਬੜਾ ਆਪਣੇ ਆਪ ਵਿੱਚ ਵਿਚਾਰਵਾਨ ਹਾਂ, ਮੇਰੀ ਬੁੱਧੀ ਬੜੀ ਤਕੜੀ ਹੈ, ਮੈਨੂੰ ਗੁਰੂ ਦੀ ਲੋੜ ਕੀ ਹੈ। ਗੁਰੂ ਦੀ ਲੋੜ ਦਾ ਮਤਲਬ ਗੁਰੂ ਸਿਰਫ ਇਹਦੇ ਲਈ ਨਹੀਂ, ਗੁਰੂ ਤੋਂ ਪਦਾਰਥ ਮੰਗਣੇ ਨੇ, ਨਹੀਂ ਸਾਧ ਸੰਗਤ। ਪਰਮਾਤਮਾ ਇਹਦੇ ਲਈ ਨਹੀਂ ਹੁੰਦਾ, ਸਿਰਫ ਪਰਮਾਤਮਾ ਪਦਾਰਥ ਦੇਣ ਲਈ ਨਹੀਂ ਹੁੰਦਾ, ਗੁਰੂ ਗਿਆਨ ਦੇਣ ਲਈ ਹੁੰਦਾ। ਜ਼ਿੰਦਗੀ ਵਿੱਚ ਪਦਾਰਥ ਤੇ ਮਿਲੇ ਨੇ, ਪਦਾਰਥਾਂ ਨੂੰ ਖਾਣਾ ਕਿਵੇਂ ਹੈ, ਸਰੀਰ ਤੇ ਮਿਲਿਆ, ਜ਼ਿੰਦਗੀ ਕਿਵੇਂ ਜਿਉਣੀ ਹੈ। ਜਿਸ ਦਿਨ ਮਹਾਤਮਾ ਬੁੱਧ ਨੂੰ ਗਿਆਨ ਹੋਇਆ, 7 ਸਾਲਾਂ ਬਾਅਦ ਆਪਣੇ ਘਰ ਆਉਣ ਲੱਗਿਆ, ਉਹਦੀ ਘਰ ਵਾਲੀ ਯਸ਼ੋਧਰਾ ਹੈ, ਉਹਨੂੰ ਪਤਾ ਲੱਗਿਆ ਮਹਾਤਮਾ ਬੁੱਧ ਘਰ ਆਉਣ ਲੱਗੇ। ਉਹਦਾ ਇੱਕ ਲੜਕਾ ਹੈ ਮਹਾਤਮਾ ਬੁੱਧ ਦਾ, ਰਾਹੁਲ। ਯਸ਼ੋਧਰਾ ਉਹਨੂੰ ਕਹਿੰਦੀ ਹੈ, ਬੇਟਾ 7 ਸਾਲਾਂ ਬਾਅਦ ਤੇਰਾ ਪਿਤਾ ਘਰ ਆਉਣ ਲੱਗਿਆ, ਉਹ ਆਏਗਾ, ਤੂੰ ਇੱਕ ਹੀ ਚੀਜ਼ ਉੱਤੋਂ ਮੰਗਣੀ ਹੈ ਕਿ हे ਪਿਤਾ ਜੀ, ਜੋ ਕੁਝ ਤੁਸੀਂ ਪ੍ਰਾਪਤ ਕੀਤਾ ਹੈ, ਉਸ ਵਿਰਾਸਤ ਦਾ ਮਾਲਕ ਮੈਨੂੰ ਬਣਾ ਦਿਓ। ਜੋ ਵੀ ਤੁਸੀਂ ਪ੍ਰਾਪਤ ਕੀਤਾ, ਜੋ ਵੀ ਤੁਹਾਡੀ ਸੰਪत्ति ਹੈ, ਜੋ ਵੀ ਤੁਹਾਨੂੰ ਮਿਲਿਆ ਹੈ, ਉਹਦਾ ਮਾਲਕ ਮੈਂ ਬਣਾ, ਬਸ ਮੇਰੀ ਇਹੀ ਇੱਛਾ ਹੈ। ਮਹਾਤਮਾ ਬੁੱਧ ਮਿਲ ਮਿਲਾ ਕੇ ਮਹੱਲਾਂ ਵਿੱਚ ਆਏ। ਰਾਹੁਲ ਨੇ ਇਵੇਂ ਕੀਤਾ, ਰਾਹੁਲ ਮਹਾਤਮਾ ਬੁੱਧ ਦੇ ਚਰਣੀ ਪੈ ਗਿਆ ਤੇ ਮਹਾਤਮਾ ਬੁੱਧ ਨੂੰ ਕਹਿੰਦਾ, ਹੈ ਮਹਾਤਮਾ ਬੁੱਧ, ਪਿਤਾ ਜੀ, ਜੋ ਤੁਸੀਂ ਕਮਾਇਆ ਹੈ, ਉਹਦੀ ਸੰਪत्ति ਦਾ ਮਾਲਕ ਮੈਨੂੰ ਬਣਾ ਦਿਓ। ਮਹਾਤਮਾ ਬੁੱਧ ਕਹਿੰਦੇ, ਨਹੀਂ ਬੇਟਾ, ਖੜਾ ਹੋ। ਜੋ ਕੁਝ ਮੈਂ ਕਮਾਇਆ ਹੈ, ਤੂੰ ਉਸ ਸੰਪत्ति ਦਾ ਮਾਲਕ ਤੇ ਨਹੀਂ ਬਣ ਪਾਏਗਾ। ਕਿਉਂ? ਇਹ ਵਾਰਸ ਤੋਂ ਵਾਰਸ ਦਾ ਕੰਮ ਤੁਹਾਡੇ ਰਾਜਿਆਂ ਵਿੱਚ ਚੱਲਦਾ ਹੈ, ਸਾਡੀ ਜਮਾਤ ਵਿੱਚ ਨਹੀਂ ਚੱਲਦਾ। ਵਾਰਸ ਤੋਂ ਵਾਰਸ, ਪਿਓ ਦੀ ਸੰਪत्ति ਦਾ ਉਹਦਾ ਪੁੱਤਰ ਵਾਰਸ ਹੁੰਦਾ ਹੈ, ਇਹ ਸਿਰਫ ਗ੍ਰਸਤੀਆਂ ਵਿੱਚ ਚੱਲਦਾ ਹੈ, ਰਾਜਿਆਂ ਵਿੱਚ ਚੱਲਦਾ ਹੈ, ਸਾਡੇ ਪੰਥ ਵਿੱਚ ਨਹੀਂ। ਜੇ ਤੂੰ ਮੇਰੀ ਸੰਪत्ति ਦਾ ਮਾਲਕ ਬਣਨਾ ਚਾਹੁੰਦਾ ਹੈ, ਤੈਨੂੰ ਮੇਰੇ ਵਿਚਾਰਾਂ ਨੂੰ ਮੰਨਣਾ ਪਏਗਾ, ਤਾਂ ਤੂੰ ਮੇਰਾ ਸੰਪत्ति ਦਾ ਮਾਲਕ ਬਣੇਗਾ। ਇਹ ਐਸੀ ਸੰਪत्ति ਨਹੀਂ ਹੈ ਜਿਹੜੀ ਮੈਂ ਜੇਬ ਚੋਂ ਕੱਢਾਂ ਤੇ ਤੈਨੂੰ ਫੜਾ ਦਿਆਂ, ਐਵੇਂ ਨਹੀਂ ਮਿਲੇਗੀ। ਜੇ ਤੂੰ ਚਾਹੁੰਦਾ ਹੈ ਜੋ ਕੁਝ ਮੈਨੂੰ ਮਿਲਿਆ ਤੈਨੂੰ ਵੀ ਮਿਲ ਜਾਏ, ਮੈਂ ਤੈਨੂੰ ਸਿੱਖਿਆ ਦੇਵਾਂਗਾ, ਉਹ ਸਿੱਖਿਆ ਤੇ ਤੁਰਨਾ ਪਏਗਾ। ਇਹ ਗੱਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾਲ ਬਾਬਾ ਸ਼੍ਰੀ ਚੰਦ ਕਰਦੇ ਨੇ। ਕਹਿੰਦੇ, ਇਹ ਮਹਾਰਾਜ, ਜਦੋਂ ਭਾਈ ਲਹਿਣਾ ਜੀ ਨੂੰ ਸੰਪत्ति ਦੇ ਦਿੱਤੀ, ਪੰਚਾਇਤ ਇਕੱਠੀ ਕਰ ਲਈ ਬਾਬਾ ਸ਼੍ਰੀ ਚੰਦ ਨੇ, ਕਹਿੰਦੇ ਇਹ ਕੀ ਨਵੀਂ ਰੀਤ ਚਲਾ ਦਿੱਤੀ ਹੈ, ਪਿਤਾ ਮੇਰੇ ਨੇ, ਇਹਨਾਂ ਦੀ ਗੱਦੀ ਦਾ ਵਾਰਸ ਮੈਂ ਹਾਂ, ਮੈਂ ਇਹਨਾਂ ਦਾ ਵੱਡਾ ਲੜਕਾ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ, ਨਹੀਂ, ਬਿਲਕੁਲ ਗਲਤ। ਮੇਰੀ ਸੰਪत्ति ਦਾ ਵਾਰਸ ਤੂੰ ਬਣ ਸਕਦਾ ਹੈ। ਬਾਬਾ ਸ਼੍ਰੀ ਚੰਦ ਨੂੰ ਕਹਿੰਦੇ ਨੇ, ਕਰਤਾਰਪੁਰ ਸਾਹਿਬ ਦੀ ਜ਼ਮੀਨ ਦੇ ਵਾਰਸ ਤੇ ਤੁਸੀਂ ਬਣ ਸਕਦੇ ਹੋ, ਮਤ ਜਾਣਨਾ ਗੁਰੂ ਨਾਨਕ ਦੇ ਪੰਥ ਦੇ ਵਾਰਸ ਤੁਸੀਂ ਬਣ ਜਾਓਗੇ। ਨਹੀਂ, ਮੇਰੇ ਪੰਥ ਦਾ ਵਾਰਸ ਭਾਈ ਲਹਿਣਾ ਹੈ, ਗੁਰੂ ਅੰਗਦ ਹੈ। ਕਿਉਂ? ਇਹ ਗੱਲ ਨੂੰ ਮੰਨਦਾ ਹੈ। ਇਸ ਕਰਕੇ ਗੁਰੂ ਦੀ ਗੱਲ ਨੂੰ ਜਿਹੜਾ ਮੰਨੇ, ਉਹੀ ਗੁਰੂ ਦਾ ਵਾਰਸ ਹੈ। ਬਸ ਇੱਥੋਂ ਗੱਲ ਖਤਮ ਹੋ ਗਈ। ਉਹੀ ਵਡਭਾਗੀ ਹੈ ਜਿਹਨੇ ਗੁਰੂ ਦੀ ਗੱਲ ਨੂੰ ਮੰਨਿਆ ਹੈ
ਤੇ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ। ਔਰ ਕੋਈ ਵਡਭਾਗੀ ਨਹੀਂ ਹੈ। ਆ ਜਾਣਨਾ ਦੁਨੀਆ ਵਿੱਚ ਲੋਕੀ ਕਹਿ ਦਿੰਦੇ ਨੇ ਤੁਸੀਂ ਬੜੇ ਮਹਾਨ ਹੋ। ਕਿਉਂ? ਸ਼ੇਖ ਸਾਦੀ ਕਹਿੰਦੇ ਨੇ ਜਦੋਂ ਇੱਕ ਮਨੁੱਖ ਹੱਦ ਤੋਂ ਜ਼ਿਆਦਾ ਕਿਸੇ ਬੰਦੇ ਦੀਆਂ ਸਿਫਤਾਂ ਕਰਨ ਲੱਗ ਜਾਏ, ਕਹਿੰਦੇ ਇਹ ਜਾਣਨਾ ਉਹਦਾ ਮਤਲਬ ਤਕੜਾ ਹੈ। ਬਸ ਇੰਨੀ ਗੱਲ ਹੈ। ਔਰ ਅਸੀਂ ਵੇਖਦੇ ਹਾਂ ਜਦੋਂ ਕਿਸੇ ਮਨੁੱਖ ਕੋਲ ਵੱਡੀ ਉਪਾਧੀ ਮਿਲਦੀ ਹੈ, ਲੋਕ ਉਹਦੀ ਅਕਸਰ ਸਿਫਤਾਂ ਕਰੀ ਜਾਂਦੇ ਨੇ, ਉਹਦੇ ਅੰਡਰ ਵਿੱਚ ਰਹਿਣਾ ਸ਼ੁਰੂ ਹੋ ਜਾਂਦੇ ਨੇ। ਕਿਉਂ? ਮਤਲਬ ਤਕੜਾ ਹੁੰਦਾ ਹੈ। ਸ਼ੇਖ ਸਾਦੀ ਦੀ ਕਿਤਾਬ ਹੈ ਗੁਲਿਸਤਾਂ, ਉਹਦੇ ਵਿੱਚ ਉਹਨੇ ਲਿਖਿਆ ਹੈ ਜੇ ਕੋਈ ਮਨੁੱਖ ਹੱਦ ਤੋਂ ਵੱਧ ਤੁਹਾਡੀਆਂ ਸਿਫਤਾਂ ਕਰ ਰਿਹਾ ਹੈ, ਇਹਦਾ ਮਤਲਬ ਇਹ ਜਾਣਨਾ ਉਹਦਾ ਮਤਲਬ ਤੁਹਾਡੇ ਨਾਲ ਬੜਾ ਤਕੜਾ ਹੈ, ਤਾਂ ਹੀ ਤੁਹਾਡੀ ਸਿਫਤਾਂ ਕਰ ਰਿਹਾ। ਉਵੇਂ ਕੋਈ ਕਿਸੇ ਦੀ ਸਿਫਤ ਕਰਕੇ ਰਾਜੀ ਨਹੀਂ। ਬੰਦਾ ਬੰਦੇ ਨੂੰ ਵੇਖ ਕੇ ਰਾਜੀ ਨਹੀਂ, ਸਿਫਤਾਂ ਤੇ ਕੌਣ ਕਿਸ ਦੀਆਂ ਕਰੇਗਾ। ਇਸ ਕਰਕੇ ਵਡਭਾਗੀ ਉਹ ਹੈ ਜਿਹਨੇ ਪਰਮਾਤਮਾ ਦਾ ਨਾਮ ਜਪਿਆ। ਵਡਭਾਗੀ ਹੈ। ਵਡਭਾਗੀ ਦਾ ਮਤਲਬ ਜਿਹਦੇ ਭਾਗ ਕੋਈ ਚੰਗੇ ਨੇ, ਪਿਛਲੇ ਕਰਮ ਚੰਗੇ ਨੇ, ਉਹ ਸੰਗਤ ਵਿੱਚ ਆ ਜਾਂਦਾ ਹੈ। ਫਿਰ ਸੰਗਤ ਵਿੱਚ ਆ ਕੇ ਉਹਨੂੰ ਕੀ ਮਿਲਦਾ ਹੈ? ਸ਼ਾਂਤੀ ਮਿਲਦੀ ਹੈ, ਆਨੰਦ ਮਿਲਦਾ ਹੈ। ਆ ਕੇ ਮਿਲੇਗਾ ਆਨੰਦ ਸੰਗਤ ਵਿੱਚ ਹੀ। ਵੈਸੇ ਸਾਰੀ ਜ਼ਿੰਦਗੀ ਮਨੁੱਖ ਚੱਲਦਾ ਰਹਿੰਦਾ ਹੈ, ਹਾਰ ਜਾਂਦਾ ਹੈ, ਥੱਕ ਜਾਂਦਾ ਹੈ, ਦੁੱਖ ਸਮਾਪਤ ਨਹੀਂ ਹੁੰਦੇ। ਕਈ ਮੈਨੂੰ ਇੱਕ ਦਿਨ ਇੱਕ ਲੜਕਾ ਮਿਲਿਆ, ਉਹ ਸਵਾਲ ਕਰਦਾ, ਬਾਬਾ ਜੀ ਮੇਰੀ ਤੇ 25 ਸਾਲ ਦੀ ਉਮਰ ਹੈ, ਹਜੇ ਤੇ ਖਾਣ ਪੀਣ ਦੀ ਉਮਰ ਹੈ, ਹਜੇ ਤੇ ਆਨੰਦ ਲੈ ਲਈਏ, ਹਜੇ ਤੇ ਥੋੜਾ ਆਨੰਦ ਵਿਹਲੇ ਹਾਂ, ਅੱਗੇ ਜਾ ਕੇ ਹੋਰ ਵਿਹਲੇ ਹੋ ਜਾਵਾਂਗੇ, ਫਿਰ ਨਾਮ ਜਪਾਂਗੇ, ਫਿਰ ਵੇਖਾਂਗੇ ਪਰਮਾਤਮਾ ਕਿੱਥੇ ਰਹਿੰਦਾ। ਇੱਕੋ ਹੀ ਗੱਲ ਕਹੀ, ਬੇਟਾ ਇਹ ਗੱਲ ਯਾਦ ਰੱਖੀ, ਜਿੱਦਣ ਬਚਪਨ ਵਿੱਚ ਸੀ ਉਦਣ ਜ਼ਿੰਮੇਵਾਰੀਆਂ ਘੱਟ ਸਨ। ਆ ਤੂੰ ਜਵਾਨ ਹੈ, ਤੇਰੇ ਤੇ ਜ਼ਿੰਮੇਵਾਰੀਆਂ ਅੱਜ ਜ਼ਿਆਦਾ ਨੇ। ਕਹਿੰਦਾ ਇਹ ਤੇ ਗੱਲ ਠੀਕ ਹੈ, ਬਚਪਨ ਵਿੱਚ ਤੇ ਕੁਝ ਨਹੀਂ ਸੀ ਪਤਾ। ਆ ਥੋੜੇ ਵੱਡੇ ਹੋਏ ਆ, ਕਿੰਨੀਆਂ ਜ਼ਿੰਮੇਵਾਰੀਆਂ ਨੇ। ਮਾਤਾ ਅੱਗੇ ਨੌਕਰੀ ਕਰਨੀ ਹੈ, ਮਾਤਾ ਪਿਤਾ ਨੂੰ ਸੰਭਾਲਣਾ ਹੈ। ਉਹ ਤੋਂ ਅੱਗੇ ਤੂੰ ਜਾਏਗਾ, ਤੇਰਾ ਵਿਆਹ ਹੋ ਜਾਏਗਾ, ਬੱਚੇ ਹੋ ਜਾਣਗੇ, ਜ਼ਿੰਮੇਵਾਰੀਆਂ ਹੋਰ ਵੱਧ ਜਾਣਗੀਆਂ। ਰੋਜ਼ ਰੋਜ਼ ਜ਼ਿੰਦਗੀ ਧਸੀ ਜਾਣੀ ਹੈ, ਫਸਦੀ ਜਾਣੀ ਹੈ। ਇਹ ਮਤ ਜਾਣਨੀ ਸੁਲਝ ਜਾਏਗੀ ਜ਼ਿੰਦਗੀ, ਐਸਾ ਨਹੀਂ ਹੈ। ਰੋਜ਼ ਰੋਜ਼ ਜ਼ਿੰਦਗੀ ਫਸੀ ਜਾ ਰਹੀ ਹੈ, ਰੋਜ਼ ਰੋਜ਼ ਜ਼ਿੰਦਗੀ ਦੇ ਵਿੱਚ ਉਲਝਾਵ ਆ ਰਹੇ ਨੇ, ਸੁਲਝ ਨਹੀਂ ਰਹੀ ਹੈ ਜ਼ਿੰਦਗੀ। ਤੇਰੀ ਜ਼ਿੰਦਗੀ ਵੀ ਸੁਲਝ ਜਾਏਗੀ ਜੇ ਤੂੰ ਪਰਮਾਤਮਾ ਦਾ ਨਾਮ ਲਾਏਗਾ, ਜੇ ਉਹਦੇ ਬਾਰੇ ਜਾਣੇਗਾ, ਫਿਰ ਜ਼ਿੰਦਗੀ ਵਿੱਚ ਸੁਲਝਣਾ ਸ਼ੁਰੂ ਹੋ ਜਾਏਗਾ। ਨਹੀਂ, ਜ਼ਿੰਦਗੀ ਰੋਜ਼ ਰੋਜ਼ ਉਲਝਦੀ ਜਾ ਰਹੀ ਹੈ, ਇਹ ਗੱਲ ਯਾਦ ਰੱਖੀ। ਜਿੰਨੀ ਤੇਰੀ ਜ਼ਿੰਦਗੀ ਅੱਜ ਉਲਝੀ ਹੋਈ ਹੈ, ਅੱਗੇ ਜਿੱਦਣ ਤੇਰਾ ਵਿਆਹ ਹੋ ਜਾਏਗਾ, ਬੱਚੇ ਹੋ ਜਾਣਗੇ, ਗ੍ਰਸਤੀ ਵਿੱਚ ਆ ਜਾਏਗਾ, ਜ਼ਿੰਦਗੀ ਜ਼ਿਆਦਾ ਉਲਝ ਜਾਏਗੀ। ਫਿਰ ਮਤ ਜਾਣਨੀ ਰੱਬ ਕਿਤੇ ਯਾਦ ਆਏਗਾ, ਫਿਰ ਸਿਰਫ ਯਾਦ ਆਉਣਾ ਹੈ ਘਰ ਚਲਾਉਣਾ ਕਿਵੇਂ ਹੈ, ਵੱਡਾ ਕਿਵੇਂ ਬਣਾਉਣਾ ਹੈ, ਉਹ ਤੋਂ ਵੱਡਾ ਕਿਵੇਂ ਬਣਾਉਣਾ ਹੈ, ਇਹ ਗੱਲਾਂ ਰਹਿ ਜਾਣਗੀਆਂ। ਗੁਰਦੁਆਰਾ ਕਿੱਥੇ ਹੈ, ਕਥਾ ਕਿੱਥੇ ਹੈ, ਕੀਰਤਨ ਕਿੱਥੇ ਹੈ, ਕੋਈ ਪਤਾ ਨਹੀਂ। ਸਾਰਾ ਜਿਹੜਾ ਧਿਆਨ ਹੈ, ਸਾਰੇ ਸਰੀਰ ਦਾ ਧਿਆਨ, ਮਨ ਦਾ ਧਿਆਨ ਸਿਰਫ ਤੇ ਸਿਰਫ ਪਰਿਵਾਰ ਤੇ ਕੇਂਦਰਿਤ ਹੋ ਜਾਏਗਾ। ਉਹਨੂੰ ਪਾਲਣ ਦੇ ਲਈ ਫਿਰ ਮਨੁੱਖ ਕਈ ਤਰ੍ਹਾਂ ਦੇ ਉਦਮ ਕਰਦਾ ਹੈ, ਔਰ ਐਸਾ ਵੀ ਕਰ ਲੈਂਦਾ ਹੈ ਧਰਮ ਨੂੰ ਛੱਡ ਹੀ ਦਿੰਦਾ ਹੈ। ਇਹ ਨਹੀਂ ਵੇਖਦਾ ਜੋ ਮੈਂ ਕਮਾ ਰਿਹਾ ਹਾਂ ਇਹ ਅਰਥ ਹੈ ਕਿ ਅਨਰਥ ਹੈ। ਜੋ ਕੁਝ ਮੈਂ ਪਰਿਵਾਰ ਨੂੰ ਖਵਾ ਰਿਹਾ ਹਾਂ ਇਹ ਚੰਗੇ ਪੈਸੇ ਦਾ ਹੈ ਕਿ ਮਾੜੇ ਪੈਸੇ ਦਾ, ਇਹ ਵਿਚਾਰ ਵੀ ਬੰਦ ਹੋ ਜਾਂਦਾ ਹੈ। ਕਿਉਂਕਿ ਜਿਵੇਂ ਜਿਵੇਂ ਮਨੁੱਖ ਪਰਮਾਤਮਾ ਤੋਂ ਟੁੱਟ ਜਾਂਦਾ ਹੈ, ਜਿਵੇਂ ਜਿਵੇਂ ਟੁੱਟਦਾ ਜਾਏਗਾ ਉਹਦੀ ਬੁੱਧੀ ਮੈਲੀ ਹੁੰਦੀ ਜਾਏਗੀ। ਫਿਰ ਮੈਲੀ ਬੁੱਧੀ ਚੰਗੇ ਵਿਚਾਰ ਨਹੀਂ ਕਰ ਸਕਦੀ। ਰੋਜ਼ ਰੋਜ਼ ਆਤਮਾ ਦੀ ਆਵਾਜ਼ ਦਬਦੀ ਜਾਏਗੀ। ਇਸ ਕਰਕੇ ਇੱਕ ਗੱਲ ਵੇਖਣਾ ਸਾਧ ਸੰਗਤ, ਇੱਕ ਬੱਚਾ ਜਿੰਨਾ ਇਮਾਨਦਾਰ ਹੁੰਦਾ ਹੈ ਉਨਾ ਇੱਕ ਨੌਜਵਾਨ ਇਮਾਨਦਾਰ ਨਹੀਂ ਹੁੰਦਾ। ਕਿਉਂ? ਬੱਚੇ ਦੀ ਆਤਮਾ ਹਜੇ ਇੰਨੀ ਮੈਲੀ ਨਹੀਂ ਹੁੰਦੀ, ਬੌਧਿਕਤਾ ਇੰਨੀ ਮੈਲੀ ਨਹੀਂ ਹੁੰਦੀ। ਉਸ ਤੋਂ ਬਾਅਦ ਜਿਹੜਾ ਜਵਾਨ ਹੁੰਦਾ ਹੈ ਉਹਦੀ ਵੀ ਇੰਨੀ ਮੈਲੀ ਨਹੀਂ ਹੁੰਦੀ। ਫਿਰ ਜਿੰਨਾ ਇੱਕ ਜਵਾਨ ਮੈਲਾ ਹੈ ਉਸ ਤੋਂ ਜ਼ਿਆਦਾ ਮੈਲਾ ਫਿਰ ਇੱਕ ਅੱਧ ਖੜ ਉਮਰ ਵਾਲਾ ਹੁੰਦਾ ਹੈ। ਫਿਰ ਜਿੰਨੀ ਆਤਮਾ ਮੈਲੀ ਇੱਕ ਬਜ਼ੁਰਗ ਦੀ ਹੋ ਜਾਂਦੀ ਹੈ ਇੰਨੀ ਇੱਕ ਬੱਚੇ ਦੀ ਨਹੀਂ ਹੁੰਦੀ, ਇੱਕ ਜਵਾਨ ਦੀ ਨਹੀਂ ਹੁੰਦੀ। ਕਿਉਂ? ਸਾਰੀ ਉਮਰ ਬੰਦਗੀ ਤੇ ਕੀਤੀ ਨਹੀਂ, ਅੰਦਰ ਵਿਕਾਰੀ ਭਰੇ ਪਏ ਨੇ, ਹੋ ਤੇ ਕੁਝ ਹੈ ਨਹੀਂ। ਸਾਰੀ ਉਮਰ ਆਤਮਾ ਦੀ ਆਵਾਜ਼ ਦਾ ਕਤਲ ਹੀ ਕੀਤਾ ਹੈ, ਹੋਰ ਤੇ ਕੁਝ ਕੀਤਾ ਹੀ ਨਹੀਂ। ਇਹ ਆਤਮਾ ਦੀ ਆਵਾਜ਼ ਜਵਾਨੀ ਵਿੱਚ ਬੜੀ ਵਾਰੀ ਮਨੁੱਖ ਦੇ ਅੰਦਰੋਂ ਆਤਮਾ ਦੀ ਆਵਾਜ਼ ਆਉਂਦੀ ਹੈ, ਇਹ ਕੰਮ ਨਾ ਕਰ, ਬੜੀ ਵਾਰੀ ਕਹਿੰਦੀ ਹੈ। ਮਨੁੱਖ ਰੋਜ਼ ਰੋਜ਼ ਆਪਣੇ ਆਤਮਾ ਦੀ ਆਵਾਜ਼ ਨੂੰ ਦਬਾਉਂਦਾ ਹੈ। ਇੱਕ ਦਿਨ ਦਬਾਉਂਦਿਆਂ ਦਬਾਉਂਦਿਆਂ ਆਵਾਜ਼ ਤੇ ਆਤਮਾ ਅੰਦਰੋਂ ਦਿੰਦੀ ਹੈ, ਮਨੁੱਖ ਸੁਣਨਾ ਹੀ ਬੰਦ ਕਰ ਦਿੰਦਾ, ਸੁਣਦੀ ਨਹੀਂ ਇਹਨੂੰ। ਇਹਦੇ ਵਾਸਤੇ ਮੈਂ ਬੜਾ ਵੱਡਾ ਉਦਾਹਰਣ ਹੈ ਇੱਕ, ਜਿਵੇਂ ਟੈਂਪੀਸ ਲੱਗਿਆ ਹੈ ਨਾ,
घर दे विच दीवार दे टैंपीस लग्या हुंदा है, रात नूं वेखना उहदियां सूइयां दी आवाज़ सुनाई दिंदी है कि वो आवाज़ दिने नहीं है। आवाज़ तो दिने भी है, पर दिने शोर ही इन्ना ज़्यादा है, टैंपीस की सूइयां की आवाज़ सुनती नहीं। बस ये गल है। आत्मा तो आवाज़ हरेक समय देंदी है, पर अंदर वकारां दी मैली इन्नी हो जाती है, आत्मा की आवाज़ सुनती नहीं, खत्म हो जाती है। ऐसी गल नहीं वो आवाज़ नहीं दे रही है, वो तो आवाज़ दे रही है, कन्न बहरे हो गए। इनू महाराज बाणी विच कहंदे ने, माया धारी अत अन्ना बोला, शब्द ना सुनई बहुरोल कचोला। शब्द नहीं सुनाई देता, ओदी ये पहचान है। उन्होंने फिर बंदगी की आवाज़ सुनाई नहीं देगी, उन्होंने गुरु की आवाज़ सुनाई नहीं देगी। ये निशानी है। बड़ भागी ते जन जग माहे, इस जग दे विच ओ मनुख बड़ भागी ने किहड़े सदा सदा हर के गुण गा, जिन्होंने पता लगे इन्ने सुलझ गए ने, जिन्होंने पता लगे रब के नाम तो वड्डी चीज़ दुनिया दे कोई नहीं। ये नहीं है वो जेड़े परमात्मा का नाम जपते हैं वो परिवार छड़ के भज जाते हैं, ऐसा नहीं है। और मैं ये कह दिया, घर छड़ के जे परमात्मा का नाम लिया जाएगा फिर तो सारी दुनिया छड़ दे, बड़ा सौखा है जपना, ऐसा नहीं है। घर नहीं छड्डना, अपने अंदर की मैल छड्डनी है, बस घर छड्डन की लोड़ नहीं है। एक समुंदर दे विच मनुख रहे, समुंदर दे विच रहिंदियां मछली कहे मैं समुंदर तो बाहर जाके समुंदर नूं वेखना चाहुंदी हां, नहीं दिखेगा, मर जाएगी। रहेगी समुंदर दे विच ही तां समुंदर वेख सकदा है। मनुख रहेगा तो संसार दे विच ही, पर संसार तो उत्ते रहेगा वो की, इनू किश्ती बनानी पैनी है। वो किश्ती का दी है, गुरु के शब्द की, गुरु के विचारां दी। वो किश्ती विच बह जाएगा, रहेगा सागर दे विच ही, पर पानी इनू नहीं लगेगा, कालख इनू नहीं लगेगी। बाणी दे विच महाराज कहते ने, सो पुरख निरंजन हर पुरख निरंजन हर अगम्मा अगम अपार। वो परमात्मा कालख तो रहता है, ये दुनिया में ही रहिंदा है, साडे विच ही रहिंदा है, कालख तो रहता है, क्यों उन्होंने मैल नहीं है। वो मनुख भी ये जुगती समझ जाते ने, मेरिया परिवार दियां जिम्मेवारियां की ने, संसार दियां जिम्मेवारियां की ने, जेड़े बंदगी करते हैं, इन्नी समझ उन्होंने वध जाती है। फिर परिवार दे विच रहिंदे ने, अरबां करोड़ां दे मालक भी होण, रब दा नाम भी नाल नाल रही जांदे ने। हरेक काम उन्हां दा धर्म ते आश्रित हुंदा है, अधार्मिक काम बंद ही कर दिंदे ने। जेड़ी भी गल बोलणगे, शब्द बड़े सुनहरे बोलणगे ते वधिया बोलणगे। मैनूं शब्दां दे उत्ते गल याद आउंदी है, एक विद्वान कहंदा जेड़े शब्द हुंदे ने ना, जेड़ी भाषा है, ये मनुख नूं पशुआं दे नालों वखरा करदी है। पर कहंदे हे मनुख याद रखी, जे तेरी भाषा माड़ी है फिर तू पशुआं नालों भी माड़ा। जे तेरे बोल माड़े ने, क्योंकि तेरे माड़े बोल पता नहीं किन्नियां दा नुकसान करा जाण, कोई पता नहीं। भाषा मनुख दे कोल सब तो वड्डा हथियार है, पर ये जेड़े इहदे मिठ बोलड़े बोल ने, ये कईयां दा सीना ठार भी सकते ने, पर इहदे जेड़े माड़े बोल ने कईयां दे सीने विन भी सकते हैं। भाषा ही मनुख नूं पशुआं तो अलग करती है, पर याद रखना ये भाषा ही है मनुख नूं पशुआं तो माड़ा भी बना दिंदी है। फिर इन्ना नुकसान एक पशु नहीं करता जिन्ना एक मनुख कर दिंदा है। महाराज कहते राम नाम जो कर है विचार, से धनवंत गनी संसार। धनवान कौन है दुनिया ते? केड़ा मनुख सब तो ज़्यादा अमीर है? सदा ही अमीर रहेगा। दुनिया के उत्ते अमीरी जिहड़ी है पदार्थां दी सदा नहीं रहिंदी। और जे एक मनुख कहे मैं हमेशा ही सारियां तो अमीर रहांगा, ऐसा नहीं है। इस तो अमीर दुनिया पई है। जे आपां ये भी समझिए अज मुकेश अंबानी है, उतों के बिलगेट्स पिया है, उस अगे भी पे ने। दुनिया दे विच अमीरी जिहड़ी है ये सदा नहीं रहिंदी। दुनिया दे विच जिहड़े अमीर भी होए ने उन्हां दा नाम भी सदा नहीं रहिंदा, ये भी याद रखना। जिहड़े मनुख परमात्मा दा नाम जपदे ने, इन्नी बंदगी दे विच जुड़ जांदे ने, उस परमात्मा नूं प्राप्त कर लैंदे ने जिहड़ा इहदे अंदर ही वसदा है।
ਦੁਨੀਆ ਉਹਨਾਂ ਦੇ ਯਾਦਗਾਰਾਂ ਮਨਾਉਂਦੀ ਹੈ, ਭਾਵੇਂ ਉਹਨਾਂ ਦੁਨੀਆ ਦੇ ਵਿੱਚ 1 ਰੁਪਈਆ ਨਾ ਕਮਾਇਆ ਹੋਏ। ਇਹ ਵੀ ਯਾਦ ਰੱਖਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਦਿਨ ਦਰਬਾਰ ਦੇ ਵਿੱਚ ਸਾਰੇ ਸਿੱਖਾਂ ਨੂੰ ਬੁਲਾਇਆ ਔਰ ਇਹ ਪੁੱਛਦੇ ਨੇ, ਸਿੱਖੋ ਭਗਤ ਰਵਿਦਾਸ ਦੇ ਟਾਈਮ ਰਾਜਾ ਕੌਣ ਸੀ? ਸਾਰਿਆਂ ਨੂੰ ਵਿਚਾਰ ਕਰ ਰਹੇ ਨੇ। ਕੋਈ ਇੱਕ ਅਮੀਰ ਮਨੁੱਖ ਦਾ ਨਾਂ ਦੱਸੋ ਜਿਹਦੇ ਕੋਲ ਬੜਾ ਪੈਸਾ ਹੋਏ ਉਹਨਾਂ ਦੇ ਟਾਈਮ। ਸਾਰੇ ਜਣੇ ਬੈਠੇ ਨੇ, ਗੱਲਬਾਤ ਕਰ ਰਹੇ ਨੇ, ਕਿਸੇ ਨੂੰ ਨਹੀਂ ਪਤਾ। ਕਹਿੰਦੇ ਮਹਾਰਾਜ ਸਾਨੂੰ ਤੇ ਸਿਰਫ ਭਗਤ ਰਵਿਦਾਸ ਯਾਦ ਹੈ, ਸਾਨੂੰ ਨਹੀਂ ਪਤਾ ਕਿਹਦੇ ਕੋਲ ਪੈਸਾ ਹੈ ਸੀ, ਕਿਹਦੇ ਕੋਲ ਨਹੀਂ ਹੈ, ਸਾਨੂੰ ਤੇ ਅੱਜ ਵੀ ਨਹੀਂ ਪਤਾ। ਕਹਿੰਦੇ ਬਸ ਇੱਥੋਂ ਯਾਦ ਰੱਖੋ, ਦੁਨੀਆ ਦੇ ਉੱਤੇ ਪੂਜਾ ਉਹਨਾਂ ਦੀ ਹੁੰਦੀ ਹੈ ਜਿਹੜੇ ਰੱਬ ਨੂੰ ਯਾਦ ਰੱਖਦੇ ਨੇ। ਜਿਹੜੇ ਰੱਬ ਨੂੰ ਭੁਲਾ ਕੇ ਮਾਇਆ ਨੂੰ ਯਾਦ ਰੱਖਦੇ ਨੇ, ਉਹਨਾਂ ਦੇ ਘਰ ਵੀ ਉਹਨਾਂ ਨੂੰ ਭੁੱਲ ਜਾਂਦੇ ਨੇ, ਉਹਨਾਂ ਦੇ ਘਰ ਵਾਲੇ ਵੀ ਉਹਨਾਂ ਨੂੰ ਭੁੱਲ ਜਾਂਦੇ ਨੇ। ਤੀਜੀ ਪੀੜ੍ਹੀ ਆਪਣੇ ਦਾਦੇ ਪੜਦਾਦਿਆਂ ਨੂੰ ਭੁੱਲ ਜਾਂਦੀ ਹੈ। ਕੌਣ ਪੜਦਾਦਾ ਸੀ ਕਿਸੇ ਨੂੰ ਨਹੀਂ ਪਤਾ। ਦਾਦੇ ਤਾਂ ਯਾਦ ਹੁੰਦਾ, ਪੜਦਾਦਾ ਕੌਣ ਸੀ ਕਿਸੇ ਨੂੰ ਨਹੀਂ ਪਤਾ। ਜਿਹੜੇ ਪਰਮਾਤਮਾ ਨੂੰ ਯਾਦ ਰੱਖਦੇ ਨੇ, ਦੁਨੀਆ ਉਹਨਾਂ ਨੂੰ ਯਾਦ ਰੱਖਦੀ ਹੈ। ਜਿਹੜੇ ਪਰਮਾਤਮਾ ਨੂੰ ਭੁੱਲ ਜਾਂਦੇ ਨੇ, ਉਹਨਾਂ ਦੇ ਘਰ ਵਾਲੇ ਵੀ ਉਹਨਾਂ ਨੂੰ ਭੁੱਲ ਜਾਂਦੇ ਨੇ, ਨਹੀਂ ਯਾਦ। ਆਪੋ ਆਪਣੀ ਪੀੜ੍ਹੀ ਦੇ ਵਿੱਚ ਅੱਜ ਤੋਂ 10 ਪੀੜ੍ਹੀਆਂ ਪਹਿਲਾਂ ਕੌਣ ਸੀ ਕਿਸੇ ਨੂੰ ਨਹੀਂ ਪਤਾ। ਬਸ ਆਪਣੇ ਦਾਦੇ ਤੈਨੂੰ ਦਾ ਪਤਾ ਹੁੰਦਾ ਹੈ, ਉਹਦੀ ਫੋਟੋ ਘਰ ਵਿੱਚ ਹੁੰਦੀ ਹੈ, ਪੜਦਾਦੇ ਦੀ ਫੋਟੋ ਤਾਂ ਕਿਸੇ ਘਰ ਵਿੱਚ ਨਹੀਂ ਹੈ, ਕਿਸੇ ਦੇ ਘਰ 'ਚ ਨਹੀਂ। ਭਾਵੇਂ ਉਹਨੇ ਲੱਖਾਂ ਜ਼ਮੀਨ ਬਣਾਈ ਹੈ, ਹਜ਼ਾਰਾਂ ਮੂੰਹੀ ਧਨ ਦੇ ਗਏ ਹੈ, ਕਿਸੇ ਨੂੰ ਨਹੀਂ ਪਤਾ। ਯਾਦ ਕੌਣ ਰਹਿੰਦਾ ਹੈ? ਜਿਹਨੇ ਪਰਮਾਤਮਾ ਦੀ ਬੰਦਗੀ ਕੀਤੀ ਹੈ, ਉਹ ਯਾਦ ਰਹਿੰਦਾ ਹੈ। ਮਹਾਰਾਜ ਕਿਤੇ ਅਮੀਰ ਕੌਣ ਹੈ? ਜਿਹਨੇ ਪਰਮਾਤਮਾ ਦੀ ਬੰਦਗੀ ਕੀਤੀ ਆ, ਉਹ ਅਮੀਰ ਹੈ। ਕਿਉਂ? ਉਹਦੇ ਅੰਦਰ ਦੇਣ ਦੀ ਪ੍ਰਥਾ ਚਾਲੂ ਰਹਿੰਦੀ ਹੈ, ਅਮੀਰ ਹੁੰਦਾ ਉਹ ਹਮੇਸ਼ਾ ਦਾਤਾ ਬਣ ਜਾਂਦਾ ਹੈ। ਮੈਨੂੰ ਯਾਦ ਆਉਂਦੀ, ਇੱਕ ਫਕੀਰ ਹੋਇਆ, ਆਪਣੀ ਝੁੱਗੀ ਦੇ ਵਿੱਚ ਬੈਠਾ, ਝੁੱਗੀ ਦੇ ਵਿੱਚ ਰਾਤ ਨੂੰ ਚੋਰ ਚੋਰੀ ਕਰਨ ਆ ਗਿਆ। ਹੁਣ ਚੋਰ ਵਹਿੰਦਾ ਉਰਾਂ ਪਰ, ਉਹਦੇ ਫਕੀਰ ਦੀ ਝੁੱਗੀ 'ਚੋਂ ਕੀ ਲੱਭੇ? ਠੰਡ ਦਾ ਟਾਈਮ, ਚੋਰ ਚੋਰੀ ਕਰਦਾ ਪਿਆ ਨੇੜੇ ਤੇੜੇ, ਕੁਛ ਨਾ ਲੱਭਾ। ਨਿਰਾਸ਼ ਹੋ ਕੇ ਜਾਣ ਲੱਗਿਆ। ਉਹ ਫਕੀਰ ਉੱਤੇ ਇੱਕ ਚਾਦਰ ਲਈ ਫਿਰਦਾ ਸੀ, ਉਹਨੇ ਚਾਦਰ ਚੁੱਕ ਕੇ ਮਾਰੀ। ਕਹਿੰਦੇ ਲੈ ਚੋਰਾ, ਆ ਲੈ ਜਾ, ਤੂੰ ਫਕੀਰ ਦੀ ਝੁੱਗੀ 'ਚੋਂ ਖਾਲੀ ਕਿਉਂ ਚੱਲੇ? ਉਹ ਚੋਰ ਨਾਲ ਹੀ ਚਰਨਾਂ ਤੇ ਪੈ ਗਿਆ। ਮਹਾਰਾਜ ਕਹਿੰਦੇ ਚੋਰੀਆਂ ਤੇ ਲੋਕਾਂ ਦੇ ਘਰਾਂ 'ਚ ਕੀਤੀਆਂ ਨੇ, 10 ਰੁਪਈਏ ਵੀ ਚੁੱਕ ਲੈ, ਰੋਣ ਲੱਗ ਜਾਂਦੇ ਨੇ। ਤੁਹਾਡੇ ਘਰ ਚੋਰੀ ਕਰਨ ਏਡਾ ਵੱਡਾ ਦਿਲ? ਕਹਿੰਦਾ ਇਹ ਮੇਰਾ ਕੰਬਲ ਹੀ ਲੈ ਜਾ, ਹੋਰ ਤੇ ਕੁਛ ਨਹੀਂ ਹੈ। ਕਹਿੰਦੇ ਸਭ ਤੋਂ ਅਮੀਰ ਮਨੁੱਖ ਦੁਨੀਆ ਦੇ, ਤੁਹਾਡੇ ਤੋਂ ਅਮੀਰ ਦੁਨੀਆ ਤੇ ਕੋਈ ਨਹੀਂ ਹੈ। ਸਾਰਿਆਂ ਤੋਂ ਅਮੀਰ ਜੇ ਇਸ ਸ਼ਹਿਰ ਦੇ ਵਿੱਚ ਕੋਈ ਹੈ ਤੇ ਤੁਸੀਂ ਹੋ, ਹੋਰ ਕੋਈ ਅਮੀਰ ਨਹੀਂ ਹੈ ਇੱਥੇ। ਸਭ ਆਪਣੀ ਗਰਜ ਦੇ ਅੰਦਰ ਤੁਰੇ ਫਿਰਦੇ ਨੇ। ਜਿਹੜਾ ਪਰਮਾਤਮਾ ਦਾ ਨਾਂ ਲੈਂਦਾ ਹੈ, ਵੱਡਾ ਦਾਤਾ ਬਣ ਜਾਂਦਾ ਹੈ। ਮੰਗਤਾ ਨਹੀਂ ਰਹਿੰਦਾ, ਦਾਤਾ ਬਣ ਜਾਂਦਾ ਹੈ। ਸੇ ਧਨਵੰਤ ਗਣੀ ਸੰਸਾਰ। ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਤ ਨਾ ਪਤ ਨਾ ਆਦਰੋ ਉਦਿਆਨ ਪਰਮੀਨਾ, ਮਿੱਤਰ ਨਾ ਇਠ ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਕਿਉਂ? ਉਹਦੇ ਅੰਦਰ ਜਿਹੜੇ ਗੁਣ ਹੁੰਦੇ ਨੇ, 7 ਗੁਣ ਪ੍ਰਗਟ ਹੋ ਜਾਂਦਾ ਹੈ। ਹਮੇਸ਼ਾ ਦਾਤਿਆਂ ਵਾਲੀ ਬਿਰਤੀ ਵਿੱਚ ਰਹਿੰਦਾ ਹੈ, ਢਹਿੰਦੀ ਕਲਾ ਵਿੱਚ ਨਹੀਂ ਰਹਿੰਦਾ। ਇਸ ਕਰਕੇ ਸਾਰੀ ਦੁਨੀਆ ਦਾ ਅਮੀਰ ਮਨੁੱਖ ਉਹ ਹੈ ਜਿਹੜਾ ਪਰਮਾਤਮਾ ਦੇ ਗੁਣਾਂ ਦੇ ਵਿੱਚ ਲਿਪਤ ਹੋ ਗਿਆ, ਜਿਹੜਾ ਪਰਮਾਤਮਾ ਦੀ ਯਾਦ ਵਿੱਚ ਪਹੁੰਚ ਗਿਆ। ਉਹਨੂੰ ਪਤਾ ਲੱਗ ਜਾਂਦਾ ਹੈ ਆਸ਼ਾਵਾਂ ਤੇ ਪੂਰੀਆਂ ਨਹੀਂ ਹੋਣੀਆਂ, ਹਮੇਸ਼ਾ ਜ਼ਿੰਦਗੀ ਵਿੱਚ ਦੇਣ ਦੀ ਪ੍ਰਥਾ ਵਿੱਚ ਆ ਜਾਂਦਾ ਹੈ। ਅੱਗੇ ਮਹਾਰਾਜ ਕਹਿੰਦੇ, ਮਨ ਤਨ ਮੁਖ ਬੋਲਹਿ ਹਰ ਮੁਖੀ, ਸਦਾ ਸਦਾ ਜਾਨਹੁ ਤੇ ਸੁਖੀ। ਸਾਧ ਸੰਗਤ ਕਿੱਡਾ ਵੱਡਾ ਬਚਨ ਮਹਾਰਾਜ ਕਹਿ ਰਹੇ ਨੇ। ਕਹਿੰਦੇ ਜੇ ਸਮਝਦੇ ਹੋ ਸੁਖੀ ਕੌਣ ਹੈ ਦੁਨੀਆ ਵਿੱਚ, ਕਿਉਂਕਿ ਗੁਰੂ ਦੀਆਂ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਸਾਧ ਸੰਗਤ, ਇਹ ਮਹਾਨ ਬੋਲ ਹੁੰਦੇ ਨੇ। ਇਹਨਾਂ ਤੋਂ ਜਿਹੜਾ ਉਲਟ ਚੱਲਦਾ, ਸੁਖੀ ਕਦੇ ਨਹੀਂ ਹੋਇਆ। ਜਿਹੜਾ ਆਪਣੀ ਬੁੱਧੀ ਦੇ ਅਨੁਸਾਰ ਆਪਣੀ ਜ਼ਿੰਦਗੀ ਸੁਖੀ ਕਰਨੀ ਚਾਹੁੰਦਾ, ਨਹੀਂ ਹੋਏਗੀ। ਮਹਾਰਾਜ ਇੱਕੋ ਹੀ ਗੱਲ ਕਹਿੰਦੇ ਨੇ, ਮਨ ਤਨ ਮੁਖ ਬੋਲਹਿ ਹਰ ਮੁਖੀ। ਜਿਹੜੇ ਆਪਣੇ ਮਨ ਦੁਆਰਾ, ਤਨ ਦੁਆਰਾ ਹਮੇਸ਼ਾ ਕਹਿੰਦੇ ਨੇ, ਹੇ ਪ੍ਰਮਾਤਮਾ ਤੂੰ ਹੀ ਸਭ ਕੁਝ ਦਿੱਤਾ, ਤੇਰਾ ਸ਼ੁਕਰ ਹੈ, ਜੋ ਕੁਝ ਮੈਨੂੰ ਦਿੱਤਾ ਹੈ ਇਹਦੇ ਵਿੱਚ ਮੈਂ ਰਾਜੀ ਹਾਂ। ਕਹਿੰਦੇ ਉਹ ਮਨੁੱਖ ਸੁਖੀ ਹੈ, ਜਿਹਨੂੰ ਪਰਮਾਤਮਾ ਯਾਦ ਹੈ, ਦਿਨ ਰਾਤ ਆਪਣੇ ਮੁਖ ਦੁਆਰਾ ਪਰਮਾਤਮਾ ਦਾ ਹੀ ਨਾਂ ਲੈਂਦਾ ਹੈ। ਹਰੇਕ ਕੰਮ ਦੇ ਵਿੱਚ ਉਵੇਂ ਕੋਈ ਮਨੁੱਖ ਸੁਖੀ ਨਹੀਂ ਹੈ, ਹਰੇਕ ਮਨੁੱਖ ਹੀ ਪਰੇਸ਼ਾਨ ਹੈ। ਪਰੇਸ਼ਾਨੀ ਵੱਖੋ ਵੱਖਰੀ ਹੋ ਸਕਦੀ ਹੈ। ਇੱਕ ਗਰੀਬ ਦੀ ਪਰੇਸ਼ਾਨੀ ਵੱਖਰੀ ਹੈ, ਉਹਦੇ ਕੋਲ ਘਰ ਨਹੀਂ ਹੈ। ਇੱਕ ਉਸ ਤੋਂ ਵੱਡਾ ਹੈ, ਉਹਦੀ ਪਰੇਸ਼ਾਨੀ ਹੈ ਮੇਰੇ ਕੋਲ ਛੋਟਾ ਹੈ। ਉਸ ਤੋਂ ਵੱਡਾ ਇਹ ਹੈ, ਇਹਦੇ ਵਿੱਚ ਸ਼ੀਸ਼ੇ ਠੀਕ ਨਹੀਂ ਹਨ, ਇਹਦੇ ਵਿੱਚ ਮਾੜੀ ਚੀਜ਼ ਠੀਕ ਨਹੀਂ।
ਉਹਦੀ ਆਪਣੀ ਪਰੇਸ਼ਾਨੀਆਂ ਨੇ। अंत दे विच महाराज कहते हैं एको एक एक पछानै इत उत की ओह सोझी जाने। साध संग बड़ी वड्डी गल, जेड़े मनुख उस परमात्मा नाल जुड़दे ने, संगत विच आके उहदे बारे जानते ने, उन्होंने इत्थों दी भी सोझी पै जाती है, इन्नी समझ आ जाती है ये दुनिया ते मैं करन की आया, ये पता लग जाता है। इत्थों दी भी सोझी पै जाती है, परलोक दी भी सोझी पै जाती है। ये भी पता लग जाता है मेरा दुनिया ते आने का काम की है, मैं दुनिया ते क्यों जी रहा। पहला तो यही पता होए, अगली गल तो बाद में है। एक पशु नूं नहीं पता हुंदा वो दुनिया ते क्यों जी रहा है, नहीं पता हुंदा। एक पंछी नूं नहीं पता दुनिया ते क्यों जी रहा है। जे कि इंसान नूं भी ना पता होए वो दुनिया ते क्यों जी रहा है, फिर इंसान कहता है कि उन्हें पता ही नहीं। सिर्फ खाना ते पीना ही जिंदगी बन गई है, फिर इंसानियत ते नहीं है। जदों तक उन्होंने यही नहीं पता वो जिंदगी का प्रयोजन की है, फिर उन्हें कुछ नहीं खट्टिया दुनिया पे। सब कुछ खट के भी कंगाल ही रह गया, सब कुछ कमा के भी कंगालता विच ही जाएगा दुनिया दे विच। अंत दे विच महाराज कहते नाम संग जिसका मन मान्या, नानक तिन्हे निरंजन जानिया। उस मनुख ने परमात्मा नूं जान लिया है, जिस मनुख का मन परमात्मा दे नाल जुड़ गया, परमात्मा दी याद दे विच जुड़ गया, संगत विच आके रोज़ रोज़ परमात्मा दा नाम जपदा है। साध संगत पहला जपना पैंदा, याद अपने आप आ जाएगी। दुनिया के तौर पर असी विश्वास तां करते हैं, पहला चीज़ वेखते हैं, परमात्मा के तौर पर पहला विश्वास नहीं है, पहला चलना पैंदा, विश्वास बाद विच है। दुनिया दे विच वस्तु पहला वेखने आ, नाल ही विश्वास बन जाता है। परमात्मा के तौर पर पहला तुरना पैंदा, विश्वास बाद विच बनता है। भाई गुरदास जी कहते ने गुरमुख खोज अगम है, ज्यों जल अंदर मीन तरंदा। जिमें मछली पानी दे विच तुरदी है, कदे वेखना साडा सरोवर है, इहदे विच सड़कां नहीं बणीਆਂ, मछली तुरदी है तो सड़क बन जाती है। इस करके एक जग्यासू जिमें जिमें परमात्मा की समझ लैंदा है, संगत विच आउंदा है, ਉਹਦੇ बारे जानता है, ਉਹਦੀਆਂ गल्लां करता है, हौली हौली ਉਹਦੇ उत्ते विश्वास भी होना शुरू हो जाएगा। क्यों? क्योंकि साध संगत अंध विश्वास तो जरूरी है, पर एक गल याद हो, जिहदे ते विश्वास कर रहे हैं वो अंधा नहीं होना चाहिए। दुनिया दे विच कोई भी चीज़ चलती है अंध विश्वास तो चलती है। राम कृष्ण परमहंस कहते ने, कहते याद रखना विश्वास ते रब ते करो, पर याद रखना शुरू दे विच विश्वास अंध विश्वास है, पर याद रखियो जिहदे ते तुसीं विश्वास कर रहे हो वह अंधा नहीं है। जो शरण आवे ते सकंठ लावे, ये बिरध स्वामी संदा, वो गल नाल ला लैंदा है। इन्नियां बेनतियां प्रवान होई भुल चुक दे लई खिमा करनी जी। कल दी संगत दे विच जिहड़ा अगले बचन महाराज बाणी दे विच कहंदे ने, मनुख अपने आप दी सोझी लैंदा है, अपने आप नूं जाणदा है। किवें जाण सकेगा अपने आप नूं? उस दे अंदर परमात्मा वसदा है, ਉਹਨੂੰ किवें जाने, ਇਹਦੇ बारे ਅਸੀਂ कल ਦੀ संगत ਦੇ ਵਿੱਚ व्याख्या करांगे। गुरु साहिब जी कृपा करन, होईयां भुलां गलतियां माफ़ करनियां। जिन्ने सतसंगी आप चल के आउंदे हो, सबना दे सिरां ते मेहर भरिया हथ रखन। इवें महाराज उद्यम उपराले बख्शण, आप जी सत संगत विच आके अपने जीवन दीयां अमोलक घड़ियां नूं सफल कर सको। इन्नियां बेनतियां प्रवान। वाहिगुरू जी का खालसा, वाहिगुरू जी की फतेह।